ਸਾਲਟ ਵਰਤੀ ਜਾਂਦੀ ਆ। ਸਾਲਟਾਂ ਆ ਕਿੱਥੋਂ ਰਹੀਆਂ ਨੇ? ਕੌਣ ਮੁਹੱਈਆ ਕਰਾ ਰਿਹਾ? ਕਿੱਥੋਂ ਆ ਰਹੀਆਂ ਨੇ ਸਾਲਟਾਂ? ਜਦੋਂ ਉਹਦੀ ਮਾਤਾ ਉਹਦਾ ਜੂੜਾ ਕਰ ਰਹੀ ਆ, ਜਿਵੇਂ ਸਿੱਧੂ ਦਾ ਵਿਆਹ ਰੱਖਿਆ ਵਾ ਸੀ, ਉੱਥੇ ਫਿਰ ਮੈਨੂੰ ਮੁੰਡੇ ਨੇ ਦੱਸਿਆ ਜਿਹੜਾ ਸੀਗਾ ਮੌਜੂਦ, ਉਹ ਕਹਿੰਦਾ ਬਾਈ ਮੈਂ ਆਪਣੀ ਅੱਖੀਂ ਦੇਖਿਆ ਐਡਾ ਐਡੇ ਖੋਲ ਪੁਲਿਸ ਚੱਕ ਕੇ ਲਗੀ ਹੈ। ਨੌਜਵਾਨ ਨੇ ਬਹੁਤ ਸੋਹਣਾ ਬੋਲਿਆ, ਕਹਿੰਦਾ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਹਟਣਾ ਤਾਂ ਹੈ ਨਹੀਂ, ਪਰ ਇੱਕ ਪੁੰਨ ਦਾ ਕੰਮ ਕਰ ਦਿਓ ਕਿ ਤੁਸੀਂ ਜਿੱਥੇ ਕਿਸੇ ਨੌਜਵਾਨ ਨੂੰ ਮਾਰਦੇ ਉਹਦੇ ਮਾਂ ਪਿਓ ਨੂੰ ਵੀ ਮਾਰ ਦਿਆ ਕਰੋ। ਗੀਤ ਰਿਲੀਜ਼ ਕਰ ਦੇਣ, ਉਹਨੇ ਗਾਣਾ ਰਿਕਾਰਡ ਕਰਤਾ, ਉਹ SOIL ਪਾਣੀਆਂ ਦੇ ਸਾਰੇ ਮੁੱਦੇ ਤੇ ਗੱਲਬਾਤ ਉਹਨੇ। ਪਰ ਮੈਂ ਇੱਕ ਚੀਜ਼ ਦੇਖੀ ਆ ਵੀ ਇਸ ਬੰਦੇ ਦੀ ਤਪੱਸਿਆ, ਕੁਛ ਪ੍ਰਮਾਤਮਾ ਨੇ ਪਿਛਲੇ ਜਨਮ ਦੇ ਵਿੱਚ ਬਹੁਤ ਇਹਨੇ ਭਗਤੀ ਕੋਈ ਪੁੰਨ ਕੀਤੇ ਹੋਣਗੇ, ਜਾਂ ਸਾਰੀ ਦੁਨੀਆ ਨੂੰ ਰਵਾ ਗਿਆ ਤੇ ਸਾਰੀ ਦੁਨੀਆ ਤੇ ਉੱਪਰ ਨਾਂ ਅਮਰ ਕਰ ਗਿਆ। ਰਾਤ ਨੂੰ ਉਹਦੀ ਮਾਂ ਨੂੰ ਟੀਕੇ ਟੂਕੇ ਲਾ ਕੇ ਬੇਹੋਸ਼ ਜੀ ਹੋ ਗਈ। ਜਦੋਂ ਸਵੇਰੇ ਉੱਠੀ ਆ, ਉੱਠਣ ਸਾਰ ਹਵੇਲੀ ਨੂੰ ਗਾਲਾਂ ਕੱਢਣ ਲੱਗ ਗਈ, ਧਾਰੋ ਇਹਨੂੰ ਇਹ ਕਰ ਦੋ, ਆ ਪਾ ਕੇ। ਕਦੇ ਦਿਮਾਗ ਲਾਇਆ ਇਸ ਗੱਲ ਦੇ ਉੱਤੇ? ਜਿਹੜੇ ਬੰਦਿਆਂ ਨੇ ਹੁਣ ਤੱਕ ਜ਼ਿੰਮੇਵਾਰੀਆਂ ਲਈਆਂ, ਉਹ ਕਿਹੜੇ ਖਾਤੇ ਤੋਂ, ਜਿਹੜਾ ਉਹ ਖਾਤੇ ਵਾਲਾ ਕਿੰਨਾ ਖੰਗਾਲਿਆ ਗਿਆ, ਕਿਹੜੇ ਫੋਨ ਤੋਂ ਉਹ ਪੋਸਟ ਪਈ, ਕਿ ਕਿਹਦੇ ਫੋਨ ਤੋਂ ਪਿਆ, ਫੋਨ ਕਿੱਥੇ ਸੀ, ਉਹ ਫੋਨ ਪੁਲਿਸ ਨੂੰ ਮਿਲਿਆ ਕਿ ਨਹੀਂ ਮਿਲਿਆ? ਪੰਜਾਬ ਦੇ DGP ਨੇ ਇਹਨੂੰ ਗੈਂਗਵਾਰ ਦਾ ਨਾਂ ਲਾਤਾ ਵੀ ਗੈਂਗਵਾਰ। ਮੈਂ ਇਹਦੇ ਨਾਲ ਹੁੰਦਾ ਨਾ, ਸਿੱਧੂ ਦੇ ਨਾਲ, ਇਹਨਾਂ ਜਿਹੜੇ ਜਿੰਨੇ ਸਾਡੇ ਪਹਿਲਾਂ ਸਿੰਘ ਸ਼ਹੀਦ ਹੋਏ ਨੇ ਜਾਂ ਜਿੰਨੀਆਂ 12 ਨੇ ਗਿਆ, ਉਹਨਾਂ ਨੂੰ ਬਹੁਤ ਸੁਣਦਾ ਹੈ, ਪੁਰਾਣੇ ਉਹਨਾਂ ਨੂੰ ਮੰਨ ਕੇ ਚੱਲ ਸੰਤਾਂ ਬਾਰੇ ਬਹੁਤ ਸੁਣਦਾ। ਛੜਿਆ ਹੋਇਆ ਏਰੀਆ, ਉੱਥੋਂ ਉੱਠ ਕੇ ਬੰਦੇ ਨੇ ਇੱਕ ਵੱਖਰਾ ਮਾਹੌਲ, ਇੱਕ ਵੱਖਰਾ ਵਰਤਾਂਤ, ਗਾਇਕੀ ਜੀ ਵੀ ਸਿਰਜਤਾ ਸੀ। ਇਹ 94 ਸਾਲ ਇਹ ਕੌਣ ਰਿਹਾ ਪਿੱਛੇ? ਰਸ਼ੀਆ ਦੀ ਹੈ ਦਰਅਸਲ। ਉਹ ਸਾਲਟ ਉਹਨੇ ਚਲਾ ਕੇ ਵੀ ਤਾਂ ਦੇਖੀ ਹੋਊ, ਕਿਤੇ ਟ੍ਰੇਨਿੰਗ ਵੀ ਤਾਂ ਲਈ ਹੋਊ। ਪੂਰੀ ਸਖਤਾਈ ਆਪਦੇ ਤੌਰ ਤੇ ਸਰਕਾਰ ਵੱਲੋਂ ਸੈਂਟਰ ਦੀਆਂ 10-12 ਜਿਹੜੀਆਂ ਕੰਪਨੀਆਂ ਉੱਥੇ ਲਿਆ ਕੇ ਪੂਰੀ ਸਖਤਾਈ ਕੀਤੀ। ਉਹਨਾਂ ਦਿਨਾਂ ਦੇ ਵਿੱਚ ਉਹ ਬੰਦੇ ਘੁੰਮ ਰਹੇ ਨੇ, ਤਾਂ ਤੂੰ ਦੇਖ ਵੀ ਇਹਦੇ ਪਿੱਛੇ ਫਿਰ ਆਪਾਂ ਕਿਵੇਂ ਨਾ ਸਮਝੀਏ ਕਿ ਕੋਈ ਸਾਜ਼ਿਸ਼ ਨਹੀਂ ਹੈਗੀ। ਸਿੱਧੂ ਬਾਈ ਦੇ ਸੰਸਕਾਰ ਤੋਂ ਆਇਆ, ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਉੱਥੇ ਧਾਹਾਂ ਮਾਰਦੇ ਸੀਗੇ। ਬੜੀਆਂ ਮੇਰੇ ਨਾਲ ਯਾਦਾਂ ਜੁੜੀਆਂ ਸੀਗੀਆਂ ਬਾਈ ਦੀਆਂ, ਤੇ ਬੜੀਆਂ ਗੱਲਾਂ ਸੀਗੀਆਂ ਬਾਈ ਨੇ, ਪਰ ਬੈਠਾ ਬਾਈ ਕਹਿੰਦਾ ਵੀ ਕੁਝ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਨੇਗੀਆਂ, ਕੁਝ ਜਿਹੜੀਆਂ ਗੱਲਾਂ ਹੋਰ ਨੇਗੀਆਂ। ਯਾਦਾਂ ਬੜੀਆਂ ਨੇ, ਮੈਂ ਤੁਹਾਡੇ ਨਾਲ ਯਾਦਾਂ ਜਿਹੜੀਆਂ ਸਿੱਧੂ ਨਾਲ ਫੇਰ ਕਦੇ ਸਾਂਝੀਆਂ ਕਰਾਂਗੇ, ਪਰ ਕੁਝ ਕੁ ਬਾਈ ਨੇ ਕੁਝ ਕੁ ਮੁੱਦਿਆਂ ਤੇ ਕੁਝ ਕੁ ਗੱਲਾਂ ਜਿਹੜੀਆਂ ਟੈਕਨੀਕਲ ਗੱਲਾਂ ਨੇ, ਉਹ ਕਹਿੰਦਾ ਬਾਈ ਕਹਿੰਦਾ ਆਪਾਂ ਨੂੰ ਲੋਕਾਂ ਨੂੰ ਦੱਸੀਏ, ਸਾਂਝੀਆਂ ਕਰੀਏ। ਤੇ ਬਾਈ ਕੀ ਅੱਜ ਦਾ ਜਿਹੜਾ ਲੱਗਿਆ ਭਾਨੇ ਆਪਾਂ ਉੱਥੋਂ ਆਏ ਆ ਹਨਾ, ਤੇ ਲੱਖਾਂ ਦਿਲ ਟੁੱਟੇ। ਮੈਨੂੰ ਕੈਨੇਡਾ ਤੋਂ 2-3 ਬੰਦਿਆਂ ਦੇ ਫੋਨ ਆਏ, ਉਹ ਕਹਿੰਦੇ ਬਾਈ ਸਾਡੇ ਜਵਾਕ ਕੱਲ ਦੇ ਰੋਟੀ ਨਹੀਂ ਖਾ ਰਹੇ ਹਨਾ। ਤੇ ਇੱਕ ਮੈਨੂੰ ਉੱਥੇ ਅੱਜ ਬੰਦਾ ਮਿਲਿਆ, ਬਾਹਰੋਂ ਆਇਆ ਹੋਇਆ ਸੰਸਕਾਰ ਤੇ ਭਾਨੇ, ਉਹ ਮੈਨੂੰ ਕਹਿੰਦਾ ਵੀ ਮੇਰਾ ਜਵਾਕ ਸਦਮੇ ਚਲਿਆ ਗਿਆ, ਛੋਟੀ ਉਮਰ ਦਾ ਹੀ ਆ, ਜਿਹੜੇ ਸੁਣਦੇ ਹੀ ਛੋਟੇ ਜਵਾਕ, ਕਹਿੰਦਾ ਉਹ ਕੱਲ ਦਾ ਐਂ ਕਰੀ ਜਾਂਦਾ, ਵਾਏ ਸਿੱਧੂ ਐਂ ਕਰੀ ਜਾਂਦਾ। ਅੱਛਾ, ਜਾਣੇ ਵੀ ਇੰਨਾ ਦੁੱਖ ਯਾਰ ਹਨਾ ਲੱਗਿਆ, ਹਰ ਬੰਦੇ ਨੂੰ ਇਹ ਲੱਗਿਆ ਵੀ ਜਿਵੇਂ ਸਾਡਾ ਕੋਈ ਆਪਣਾ ਮਰ ਗਿਆ ਹੁੰਦਾ। ਤਾਂ ਅੱਜ ਦੇਖਿਆ ਕਿ ਕਿਵੇਂ ਜਦੋਂ ਉਹਦੀ ਮਾਤਾ ਉਹਦਾ ਜੂੜਾ ਕਰ ਰਹੀ ਆ, ਤੇ ਬਾਪ ਉਹਦਾ ਦੀ ਪੱਗ ਬੰਨ ਰਿਹਾ, ਤੇ ਯਾਰ ਉਹ ਕੀ ਮੰਜ਼ਰ ਸੀ ਹਨਾ, ਮਤਲਬ ਕਿ ਕਿੰਨਾ ਦੁਖਦਾਈ ਉਹ ਪਲ ਸੀਗੇ ਕਿ ਉਹ ਮਾਤਾ ਦੇ ਵਿਚਾਰੀ ਦੇ ਉਹ ਦਿਨ ਯਾਦ ਆਉਂਦੇ ਹੋਣੇ ਆ ਬਚਪਨ ਦੇ ਵਿੱਚ, ਜਦੋਂ ਉਹਦਾ ਜੂੜਾ ਕਰਦੀ ਹੋਣੀ ਆ, ਤੇ ਅੱਜ ਉਹਨੂੰ ਆਖਰੀ ਵਾਰ ਉਹਦਾ ਜੂੜਾ ਕਰ ਰਹੀ ਸੀ। ਤਾਂ ਕਿਵੇਂ ਇੱਕ ਮਾਂ ਜਾਂ ਇੱਕ ਬਾਪ ਆ ਜਿਹੜਾ, ਉਹ ਜਦੋਂ ਬੱਚਾ ਜਨਮ ਲੈਂਦਾ, ਜਨਮ ਲੈਣ ਤੋਂ ਲੈ ਕੇ ਜਿਵੇਂ ਜਿਵੇਂ ਉਹ ਬੱਚਾ ਜਵਾਨ ਹੁੰਦਾ ਚਲਿਆ ਜਾਂਦਾ, ਨੌਜਵਾਨ ਹੁੰਦਾ, ਮੁੰਡਾ ਜਾਂ ਕੁੜੀ ਆ, ਉਵੇਂ ਉਵੇਂ ਉਸ ਮਾਂ ਬਾਪ ਦੀਆਂ ਸੱਧਰਾਂ ਨੇ ਜਿਹੜੀਆਂ, ਚਾਅ ਨੇ ਜਿਹੜੇ ਉਹਦੇ, ਉਹ ਵੀ ਜਵਾਨ ਹੁੰਦੇ ਤੁਰੇ ਜਾਂਦੇ ਆ। ਜਿਵੇਂ ਸਿੱਧੂ ਦਾ ਵਿਆਹ ਰੱਖਿਆ ਵਾ ਸੀ, ਤੇ ਮੈਂ ਦੇਖ ਬਾਈ ਵੋਟਾਂ ਵੇਲੇ ਹਨਾ, ਜਿਵੇਂ ਵੀ ਸੀਗਾ ਮੈਂ ਤੇਰੇ ਨਾਲ ਗੱਲ ਕਰਾਉਣਾ ਹੁੰਦਾ, ਤੇ 2-3 ਵਾਰੀ ਉਹਨੂੰ ਕਿਹਾ ਵੀ ਸਿੱਧੂ ਉਹਦਾ ਧਿਆਨ ਰੱਖਿਆ ਕਰ ਆਪਣੇ ਨਾਲ। ਹੁਣ ਤੁਹਾਡੇ ਨਾਲ ਵਧੀਆ ਐਨ ਪਿਆਰ ਪਾਉਣ ਲੱਗ ਗਏ ਸੀ, ਕਿਉਂਕਿ ਪਹਿਲਾਂ ਵੀ ਜਾਂਦੇ ਹੁੰਦੇ ਹਨਾ। ਇੱਕ ਚੀਜ਼ ਬਾਈ ਮੈਂ ਗੱਲ ਤੇਰੀ ਰੋਕ ਕੇ ਗੱਲ ਕਹਿਣਾ, ਮੈਂ ਇੱਕ ਚੀਜ਼ ਨੋਟ ਕਰੀ, 3 ਦਿਨ ਹੋ ਗਏ ਮੈਂ ਜਦੋਂ ਉਹਦੇ ਨਾਲ ਹਾਦਸਾ ਵਾਪਰ ਗਿਆ ਸੀ, ਮੈਂ ਉਹਦੀ ਹਸਪਤਾਲ ਚਲਾ ਗਿਆ ਸੀਗਾ, ਪਰ ਮੈਂ ਇੱਕ ਚੀਜ਼ ਦੇਖੀ ਆ ਵੀ ਇਸ ਬੰਦੇ ਦੀ ਤਪੱਸਿਆ, ਕੁਛ ਪ੍ਰਮਾਤਮਾ ਨੇ ਪਿਛਲੇ ਜਨਮ ਦੇ ਵਿੱਚ ਬਹੁਤ ਇਹਨੇ ਭਗਤੀ ਕੋਈ ਪੁੰਨ ਕੀਤੇ ਹੋਣਗੇ, ਜਿਹੜਾ ਐਡਾ ਵੱਡਾ ਨਾਮ ਹੋਇਆ, ਐਡਾ ਵੱਡਾ ਸਾਰੀ ਦੁਨੀਆ ਨੂੰ ਰਵਾ ਕੇ ਤੁਰ ਗਿਆ ਹਨਾ। ਸਭ ਤੋਂ ਵੱਡੀ ਗੱਲ ਮੈਂ ਇੱਕ ਚੀਜ਼ ਜਿਹੜੀ ਅਸਲ ਦੇ ਵਿੱਚ ਸਾਰੀ ਮੈਂ 3 ਦਿਨਾਂ ਦੇ ਵਿੱਚ ਨੋਟ ਕੀਤੀ, ਉਹ ਇਹ ਹੈ ਕਿ ਬੰਦੇ ਨੂੰ ਨਾ ਇਹ ਕੋਈ ਪ੍ਰਮਾਤਮਾ ਤੋਂ ਇਹਨੇ ਵਰ ਮੰਗਿਆ ਸੀਗਾ, ਵਰ ਇਹ ਮੰਗਿਆ ਸੀਗਾ ਵੀ ਰੱਬਾ ਕੋਈ ਉਹਦਾ ਜਨਮ ਦਾ ਵਰ ਮੰਗਿਆ ਹੋਊ ਵੀ ਮੇਰਾ ਜਿਹੜਾ ਨਾਂ ਹੈ ਰਹਿਦੀ ਦੁਨੀਆ ਤੇ ਕਰ ਰਹੇ,
ਉਹ ਜਿਹੜਾ ਵਰ ਆ ਰੱਬ ਨਾਲ ਲਾਸਟ ਤੇ ਨੂੰ ਆ ਕੇ ਵਰ ਦੇ ਕੇ ਗਿਆ। ਮੇਰੇ ਮੁਤਾਬਕ ਮੈਂ ਆਪਣੀ ਜਿੰਨੀ ਕੁ ਬੁੱਧੀ ਆ ਉਹਨਾਂ ਕ ਮੈਂ ਇਸ ਚੀਜ਼ ਨੂੰ ਸੋਚਿਆ ਕਿ ਕੋਈ ਰੱਬ ਦਾ ਹੀ ਐਡਾ ਵਰ ਸੀਗਾ, ਸਾਰੀ ਦੁਨੀਆ ਨੂੰ ਰਵਾ ਗਿਆ ਤੇ ਸਾਰੀ ਦੁਨੀਆ ਤੇ ਉੱਪਰ ਨਾਂ ਅਮਰ ਕਰ ਗਿਆ। ਤਾਂ ਗੱਲ ਪੰਨੇ ਵਿਆਹ ਦੀ ਕਰਦੇ ਸੀ ਹਨਾ, ਗੱਲ ਦੱਸਦਾ ਸੀਗਾ, ਕਹਿੰਦਾ ਜਦੋਂ ਮਾਤਾ ਕੋਲੇ ਆਉਣਾ ਤੇ ਮਾਤਾ ਨੇ ਕਹਿਣ ਲੱਗ ਜਾਣਾ ਵੀ ਅੱਜ ਇੱਕ ਦਿਨ ਹੋਰ ਘਟ ਗਿਆ, ਵਿਆਹ ਦਾ ਨੇੜੇ ਆ ਰਿਹਾ। ਹਾਂ ਤੇ ਅੱਜ ਯਾਰ ਜਦ ਜਾਂਦੀ ਵਾਰੀ ਉਹਦੇ ਸਿਹਰੇ ਬੰਨੇ ਗਏ ਹਨਾ। ਹਾਂ ਤੇ ਹੁਣ ਚਲੋ ਉਹ ਜਾਣ ਵਾਲਾ ਚਲਿਆ ਗਿਆ, ਪਰ ਤੁਸੀਂ ਦੇਖੋ ਜਿਹੜੀਆਂ ਉਹ ਐਡੀ ਵੱਡੀ ਹਵੇਲੀ ਖੜੀ ਕੀਤੀ ਹੈ, ਐਡਾ ਉਹਨੇ ਮਤਲਬ ਕਿ ਤਾਮ ਝਾਮ ਖੜਾ ਕੀਤਾ, ਟਰੈਕਟਰ ਖੜੇ ਨੇ, ਗੱਡੀਆਂ ਖੜੀਆਂ ਨੇ, ਉਹਨਾਂ ਨੂੰ ਦੇਖ ਉਹ ਮਾਂ ਬਾਪ ਰੋਜ਼ ਮਰੂਗਾ। ਬਿਲਕੁਲ ਬਈ। ਯਾਰ ਮਾਰਨ ਵਾਲੇ ਜਿਹੜੇ ਬੰਦੇ ਨੇ, ਜਿਹੜੇ ਇੰਨੀ ਦਰਿੰਦਗੀ ਨਾਲ ਮਾਰ ਕੇ ਗਏ, ਜਿਨ੍ਹਾਂ ਦੇ ਅੰਦਰ ਕੋਈ ਦਰਦ ਹੀ ਨਹੀਂ, ਕੋਈ ਹਯਾ, ਕੋਈ ਦਇਆ ਹੀ ਨਹੀਂ। ਤੈਨੂੰ ਮੈਂ ਇੱਕ ਗੱਲ ਦੱਸਾਂ, ਜਦੋਂ ਕਿ ਮੰਨ ਕੇ ਚੱਲ ਐਕਸੀਡੈਂਟ ਹੋ ਗਿਆ ਸੀ ਹਨਾ, ਆਹ ਇਹ ਹੋਇਆ ਹਾਦਸਾ, ਤੇ ਰਾਤ ਨੂੰ ਤਾਂ ਉਹਦੀ ਮਾਂ ਨੂੰ ਟੀਕੇ ਟੂਕੇ ਲਾ ਕੇ ਬੇਹੋਸ਼ ਜੀ ਹੋ ਗਈ। ਜਦੋਂ ਸਵੇਰੇ ਉੱਠੀ ਐ, ਉੱਠਣ ਸਾਰ ਹਵੇਲੀ ਨੂੰ ਗਾਲਾਂ ਕੱਢਣ ਲੱਗ ਗਈ, ਢਾਹ ਦੋ ਉਹਨੂੰ, ਇਹ ਕਰ ਦੋ, ਆ ਪਾ ਕੇ ਛੱਡ ਗਿਆ। ਆਹ ਗੱਲ ਹੁਣ ਉਹ ਬਾਈ ਰੋਜ਼ ਮਰਨਗੇ। ਹਾਂ ਤੇ ਇਹ ਗੱਲ ਯਾਰ ਕਦੇ ਮਾਰਨ ਵਾਲਿਆਂ ਦੇ ਦਿਮਾਗ 'ਚ ਨਹੀਂ ਆਈ ਕਿ ਅਸੀਂ ਕਿਵੇਂ ਇੱਕ ਇਨਸਾਨ ਜਦੋਂ ਮਰਦਾ ਤੇ ਉਸ ਇਨਸਾਨ ਦੇ ਨਾਲ ਕਿੰਨੇ ਇਨਸਾਨ ਹੋਰ ਜਿਹੜੇ ਰੋਜ਼ ਮਰਦੇ ਨੇ, ਉਹਦੇ ਮਾਂ ਬਾਪ, ਭੈਣ ਭਾਈ, ਦੋਸਤ ਮਿੱਤਰ, ਉਹਦੇ ਸਕੇ ਸੰਬੰਧੀ। ਤਾਂ ਇਹ ਜਿਹੜੀਆਂ ਪਤਾ ਨਹੀਂ ਯਾਰ ਕਿਵੇਂ ਬੰਦੇ ਦੇ ਅੰਦਰ ਐਡਾ ਸ਼ੈਤਾਨ ਆ ਜਾਂਦਾ, ਜਾਂ ਬੰਦਾ ਐਡਾ ਮਤਲਬ ਕਿ ਬੇਦਰਦ ਹੋ ਜਾਂਦਾ, ਬੇਕਿਰਕ ਹੋ ਜਾਂਦਾ ਕਿ ਉਹ ਬੰਦਾ ਐਡੀ ਦਰਿੰਦਗੀ ਨਾਲ, ਯਾਰ ਕੋਈ ਰੌਲਾ ਵੀ ਨਹੀਂ ਯਾਰ, ਪਰ ਯਾਰ ਬਿਨਾਂ ਗੱਲ ਤੋਂ ਚੱਕ ਕੇ ਬੰਦੇ ਨੂੰ ਮਾਰ ਦੇਣਾ। ਇਹ ਅੱਜ ਕਹਾਣੀ ਆਪਾਂ ਉੱਥੇ ਯਾਰ ਝੱਲੀ ਨਹੀਂ ਜਾਂਦੀ। ਦੇਖ ਲੈ ਕਿਵੇਂ ਨੌਜਵਾਨ ਮੁੰਡੇ ਉੱਥੇ ਮਿਲ ਕੇ ਆਪਾਂ ਨੂੰ ਵੀ ਮਿਲੇ, ਬਾਈ ਇਨਸਾਫ ਚਾਹੀਦਾ, ਇਨਸਾਫ ਚਾਹੀਦਾ। ਇਨਸਾਫ ਬਾਈ ਕੀ ਮਿਲਣਾ? ਪਹਿਲੀ ਤਾਂ ਗੱਲ ਜਿਹੜੀ ਅਸਲ ਗੱਲ ਆਪਾਂ ਅੱਜ ਕਰਨੀ ਆ ਉਹ ਇਹ ਆ ਕਿ ਸਾਨੂੰ ਇੱਕ ਤਾਂ ਇਹ ਕਹਾਣੀ ਨੂੰ ਸਮਝਣਾ ਪੈਣਾ ਕਿ ਜਦੋਂ ਨੌਜਵਾਨ ਮਰਦੇ ਆ, ਨੌਜਵਾਨ ਮਰਨ ਤੋਂ ਬਾਅਦ ਪਹਿਲੀ ਗੱਲ ਅਸੀਂ ਇੱਕ ਸਮਝੋ ਕਿ ਕੋਈ ਵੀ ਜਦੋਂ ਨੌਜਵਾਨ ਇੱਥੇ ਗੋਲੀਆਂ ਨਾਲ ਮਾਰਿਆ ਜਾਂਦਾ ਤਾਂ ਇੱਕ ਗਰੁੱਪ, ਇੱਕ ਧੜਾ ਇਹਦੀ ਜ਼ਿੰਮੇਵਾਰੀ ਲੈ ਲੈਂਦਾ ਵੀ ਅਸੀਂ ਇਹਨੂੰ ਮਾਰਤਾ, ਅਸੀਂ ਇਹਦੀ ਜ਼ਿੰਮੇਵਾਰੀ ਚੱਕਦੇ ਹਾਂ, ਅਸੀਂ ਫਲਾਨੇ ਬੰਦੇ ਦਾ ਸਾਡੇ ਦਾ ਬਦਲਾ ਲੈ ਲਿਆ। ਪਰ ਕਦੇ ਸੋਚਿਆ, ਕਦੇ ਦਿਮਾਗ ਲਾਇਆ ਇਸ ਗੱਲ ਦੇ ਉੱਤੇ ਕਿ ਯਾਰਾ ਜਿਹੜੇ ਬੰਦਿਆਂ ਨੇ ਹੁਣ ਤੱਕ ਜ਼ਿੰਮੇਵਾਰੀਆਂ ਲਈਆਂ, ਉਹ ਕਿਹੜੇ ਖਾਤੇ ਤੋਂ, ਜਿਹੜਾ ਅਕਾਊਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਖਾਤਾ ਜਿਹੜਾ ਹੁੰਦਾ ਫੇਸਬੁੱਕ ਦਾ, ਜਿੱਥੋਂ ਜ਼ਿੰਮੇਵਾਰੀ ਲਈ ਜਾਂਦੀ ਹੈ, ਉਹ ਖਾਤੇ ਵਾਲਾ ਕਿੰਨਾ ਖੰਗਾਲਿਆ ਗਿਆ, ਕਿਹੜੇ ਫੋਨ ਤੋਂ ਉਹ ਪੋਸਟ ਪਈ, ਇਹ ਕਦੇ ਜਨਤਕ ਹੋਈ ਗੱਲ? ਹੁਣ ਤੱਕ ਕਿੰਨੀਆਂ ਜ਼ਿੰਮੇਵਾਰੀਆਂ ਲਈਆਂ ਗਈਆਂ, ਕਿੰਨੇ ਬੰਦੇ ਮਰੇ? ਕਦੇ ਸੋਚਿਓ, ਦਿਮਾਗ ਦੇ ਨਾਲ ਗੌਰ ਕਰਿਓ ਕਿ ਕਦੇ ਵੀ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਕਿਹਦੇ ਫੋਨ ਤੋਂ ਪਿਆ, ਫੋਨ ਕਿੱਥੇ ਸੀ, ਉਹ ਫੋਨ ਪੁਲਿਸ ਨੂੰ ਮਿਲਿਆ ਕਿ ਨਹੀਂ ਮਿਲਿਆ। ਜਦੋਂ ਇਹ ਜੀ ਗੱਲਬਾਤ ਹੁੰਦੀ ਆ, ਜੇਲ੍ਹ 'ਚ ਬੈਠੇ ਕਿਸੇ ਗੈਂਗਸਟਰ ਨਾਲ ਗੱਲ ਜੋੜ ਕੇ, ਉਹਦੇ ਤੇ ਬੈਠੇ ਦੇ 120 ਦਾ ਪਰਚਾ ਦੇ ਕੇ, ਬਾਹਰ ਫਿਰਦਿਆਂ ਦੇ ਕੇ ਪਰਚਾ, ਗੱਲ ਨੂੰ ਜਪ ਤਪ ਕਰਕੇ ਉੱਥੇ ਦੱਬ ਦਿੱਤਾ ਜਾਂਦਾ। ਬਸ ਵੀ ਹਾਂ ਫਲਾਣੇ ਬੰਦੇ ਨੇ ਜ਼ਿੰਮੇਵਾਰੀ ਲਈ ਸੀ, ਅਸੀਂ ਰਿਮਾਂਡ ਤੇ ਲਿਆਂਦਾ, ਇਹਦੀ ਪੁੱਛਗਿੱਛ ਕੀਤੀ, ਇਹ ਮੰਨ ਗਿਆ। ਜਾਣੇ ਇੱਥੇ ਇਹ ਮਸਲਾ ਸਮਝਣ ਦੀ ਲੋੜ ਆ ਕਿ ਇਹ ਕਹਾਣੀ ਕਿਉਂ ਵਾਪਰ ਰਹੀ ਆ। ਤੁਸੀਂ ਇਹ ਦੇਖੋ ਕਿ ਇਸ ਵਾਰਦਾਤ ਦੇ ਵਿੱਚ ਸਾਲਟ ਵਰਤੀ ਜਾਂਦੀ ਆ, ਸਾਲਟਾਂ ਆ ਕਿੱਥੋਂ ਰਹੀਆਂ ਨੇ? ਕੌਣ ਮੁਹੱਈਆ ਕਰਾ ਰਿਹਾ? ਕਿੱਥੋਂ ਆ ਰਹੀਆਂ ਨੇ ਸਾਲਟਾਂ? ਇਹ ਵੀ ਸਾਨੂੰ ਸਮਝਣਾ ਪੈਣਾ। ਦੇਖੋ ਇੱਕ ਗੱਲ ਤਾਂ ਆਪਣੇ ਦਿਮਾਗ 'ਚ ਬਿਠਾ ਲਓ ਕਿ ਜਿਹੜੀ ਆਵਾਜ਼ ਪੰਜਾਬ ਦੇ ਹੱਕਾਂ ਦੀ ਗੱਲ ਕਰੂਗੀ, ਜਿਹੜੀ ਆਵਾਜ਼ ਇਹ ਸਟੇਟ ਦੇ ਜ਼ੁਲਮਾਂ ਦੇ ਖਿਲਾਫ ਬੋਲੂਗੀ, ਉਹ ਆਵਾਜ਼ ਨੂੰ ਇਹ ਕਦੇ ਬਰਦਾਸ਼ਤ ਨਹੀਂ ਕਰਨਗੇ। ਉਹ ਆਵਾਜ਼ ਇਹਨਾਂ ਨੇ ਦੱਬਣੀ, ਉਹ ਆਵਾਜ਼ ਨੂੰ ਖਤਮ ਕਰਨਾ ਹੀ ਕਰਨਾ। ਜਾਂ ਸਭ ਤੋਂ ਵੱਡੀ ਗੱਲ ਬਈ ਜਿਹੜੀ ਆਪਦੀ ਕੌਮ ਦੀ ਕੋਈ ਪੰਥ ਦੀ ਗੱਲ, ਬਿਲਕੁਲ ਹਨਾ, ਇਹ ਵੀ ਬਹੁਤ ਵੱਡੀ ਗੱਲ ਆ ਵੀ ਜਿਹੜੀ ਘੱਟ ਗਿਣਤੀ ਆ ਆਪਣੀ ਸਿੱਖਾਂ ਦੀ। ਜਿੰਨਾ ਚਿਰ ਸਾਡੇ ਅਸੀਂ ਕੋਈ ਵੀ ਆ, ਚਾਹੇ ਮੈਂ ਚਾਹੇ ਕੋਈ ਵੀ ਆ, ਜਿੰਨਾ ਚਿਰ ਨੌਜਵਾਨ ਇਹਨਾਂ ਦੇ ਹੱਥ ਠੋਕੇ ਬਣ ਕੇ ਕੰਮ ਕਰਦੇ ਨੇ, ਇਹਨਾਂ ਦੇ ਸੰਦ ਬਣ ਕੇ ਕੰਮ ਕਰਦੇ ਨੇ, ਇਹਨਾਂ ਦੇ ਫਿੱਟ ਬੈਠਦੇ ਨੇ ਇਸ ਏਜੰਸੀਆਂ ਦੇ, ਇਸ ਸਟੇਟ ਦੇ, ਉਹਨਾਂ ਚਿਰ ਉਹਨਾਂ ਨੂੰ ਕੋਈ ਖਤਰਾ ਨਹੀਂ, ਕੋਈ ਪਰਵਾਹ ਨਹੀਂ। ਤੁਸੀਂ ਜੋ ਮਰਜ਼ੀ ਕਰੀ ਜਾਓ, ਲੁੱਟਾਂ ਕਰੀ ਜਾਓ, ਖੋਹਾਂ ਕਰੀ ਜਾਓ, ਚੋਰੀਆਂ ਕਰੀ ਜਾਓ, ਡਾਕੇ ਮਾਰੀ ਜਾਓ, ਕਿਸੇ ਕਤਲ ਕਰੀ ਜਾਓ, ਕੋਈ ਪਰਵਾਹ ਨਹੀਂ। ਇੱਕ ਗੱਲ ਤੁਹਾਨੂੰ ਖੁੱਲਾ ਛੱਡ ਦੇ। ਛੋਟੀ ਗੱਲ ਮੈਂ ਤੁਹਾਨੂੰ ਥੋੜਾ ਬੜਾ ਥੋੜਾ ਦਾ
ਤੁਹਾਨੂੰ ਪਤਾ ਇਹ ਚੀਜ਼ਾਂ ਦਾ ਵੀ ਜਿਹੜਾ ਇਹ ਮਰਨ ਵਾਲੇ ਵੀ ਆਪਾਂ ਤੇ ਮਰਵਾਉਣ ਵਾਲੇ ਵੀ ਆਪਾਂ ਹੀ ਆ ਹਨਾ। ਬਿਲਕੁਲ। ਇਹ ਗੱਲ ਸਹੀ ਹੈ ਬਾਈ, ਇਹ ਮਾਰਨ ਵਾਲੇ ਵੀ ਆਪਣੇ ਹੀ ਹੁੰਦੇ ਨੇ ਕਿ ਮਰਨ ਵਾਲੇ ਵੀ ਆਪਾਂ ਹੀ ਇਹ ਤਾਂ ਜਿਹੜੀ ਤੁਸੀਂ ਗੱਲ ਸਟੇਟ ਦੀ ਕਰੀ ਆ ਵੀ ਜਿਹੜੀ ਗੱਲ ਤੁਸੀਂ ਉਹਨਾਂ ਦੀ ਕਰੀ ਆ ਜਿਹੜੇ ਆਪਣੇ ਖਿਲਾਫ ਨੇ ਲੋਕ, ਇਹ ਮਰਨ ਮਰਵਾਉਣ ਵਾਲੇ ਹੈ ਤਾਂ ਆਪਾਂ ਹੀ ਆ, ਇਹ ਆਪਣੇ ਜੀ ਖੇਡ ਖੜੀਆ ਕਰੀ ਜਾਂਦੇ ਨੇ। ਇਹ ਤਾਂ ਸਾਨੂੰ ਹਾਲੇ ਤੱਕ ਸਮਝ ਨਹੀਂ ਪਈ। ਹਾਂ, ਖਾੜਕੂ ਵੀ ਸਾਡੇ ਸੀ ਤੇ ਪੁਲਿਸ ਵੀ ਸਾਡੀ ਸੀ। ਅੱਛਾ, ਆਪਣਿਆਂ ਨੇ ਆਪਣਿਆਂ ਨੂੰ ਮਾਰਿਆ ਨਾ। ਹਾਂ, ਇਹ ਤਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤਾਂ ਉਹਦੇ ਵਿੱਚ ਆਪਣੇ ਵੀ ਸੀਗੇ, ਜਾਣੇ ਆਪਣੇ ਸਿੱਖਾਂ ਦੇ ਘਰੇ ਜੰਮੇ ਦਾ ਸੀਗੇ। ਹਾਂ ਬਿਲਕੁਲ। ਤਾਂ ਇਸ ਕਰਕੇ ਜਿਹੜੀ ਇਹ ਗੱਲ ਆ ਵੀ ਜਦੋਂ ਸਟੇਟ ਨੂੰ ਇਹ ਲੱਗਦਾ, ਜਦੋਂ ਏਜੰਸੀਆਂ ਨੂੰ ਇਹ ਲੱਗਦਾ ਕਿ ਇਹ ਬੰਦਾ ਆਪਦੇ ਕੌਮ ਦੀ ਗੱਲ ਕਰੂਗਾ, ਇਹ ਆਪਦੇ ਹੱਕਾਂ ਦੀ ਗੱਲ ਕਰਨਗੇ, ਜਾਂ ਇਹ ਕਿਤੇ ਆਉਣ ਵਾਲੀ ਜਵਾਨੀ ਨੂੰ ਕੋਈ ਜਾਗ ਨਾ ਲਾ ਦੇ, ਉਦੋਂ ਉਹਨਾਂ ਨੇ ਤੁਹਾਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਣਾ ਨਹੀਂ। ਤੁਹਾਨੂੰ ਉਹ ਮਾਰਨਗੇ, ਤੁਹਾਡੀ ਆਵਾਜ਼ ਨੂੰ ਦੱਬਣਗੇ ਜਾਂ ਤੁਹਾਨੂੰ ਜੇਲ੍ਹ ਸਿੱਟਣਗੇ। ਇੱਕ ਗੱਲ ਬਾਈ ਛੋਟੀ ਜੀ ਹੋਰ ਮੈਂ ਰੋਕ ਕੇ ਕਹਿਣਾ, ਜਿਵੇਂ ਹੁਣ ਤੁਸੀਂ ਹੋ, ਚਲ ਆਪਾਂ ਨੂੰ ਮੈਂ ਤੁਹਾਡੇ ਨਾਲ ਦੇਖਿਆ ਬੜੀਆਂ ਸਾਰੀਆਂ ਪਾਰਟੀਆਂ ਹੀ ਆ ਵੀ ਜਾਂ ਤਾਂ ਇਹਨਾਂ ਨਾਲ ਪਾਰਟੀਆਂ ਨਾਲ ਕੰਪਰੋਮਾਈਜ਼ ਕਰਕੇ ਬੰਦਾ ਬਚ ਸਕਦਾ, ਵੀ ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਲਓ ਹਨਾ, ਵੀ ਇਹਨਾਂ ਦੀ ਗੱਲ ਮੰਨੋ ਫਿਰ ਤਾਂ ਬੰਦਾ ਬਚ ਰਹੂ, ਨਹੀਂ ਥੋੜੇ ਟਾਈਮ ਬਾਅਦ ਗੱਡੀ ਚੜਾ ਦਿੰਦੇ ਨੇ ਇਹ ਬੰਦੇ ਨੂੰ। ਇਹ ਕੀ ਗੱਲ? ਬਸ ਉਹੀ ਮੈਂ ਗੱਲ ਕਰਦਾ, ਆਪਾਂ ਭਾਨੇ ਤੇਰੇ ਯਾਦ ਹੋਣਾ ਡੇ ਤੋਂ ਆਉਂਦੇ ਸੀਗੇ ਵੋਟਾਂ ਨੂੰ 3 ਦਿਨ ਪਹਿਲਾਂ ਦੀ ਗੱਲ ਆ, ਜਦੋਂ ਮੈਂ ਤੈਨੂੰ ਕਿਹਾ ਯਾਰ ਮੇਰੀ ਗੱਲ ਕਰਾ ਹਨਾ, ਤੂੰ ਤੇ ਰੰਧਾਵਾ ਸੀ, ਤੂੰ ਚੱਲ ਉਹਨੂੰ ਫੋਨ ਲਾਇਆ ਤੇ ਮੈਨੂੰ ਇੱਕ ਇਹੀ ਮਹਾ ਭਰਾ ਮੇਰਾ ਬਚ ਕੇ ਰਹੀ, ਤੇਰੇ ਤੇ ਬੰਦੇ ਲੱਗੇ ਆ। ਹੁਣ ਆਪਾਂ ਗੀਤ ਆਇਆ ਕਿਸਾਨੀ ਅੰਦੋਲਨ ਵੇਲੇ ਸਿੱਧੂ ਦਾ ਪੰਜਾਬ ਗੀਤ, ਤੂੰ ਹੀ ਮੈਨੂੰ ਉਹਦੇ ਬੋਲ ਤੂੰ ਤੇ ਗੱਲ ਨੇ ਸੁਣਾਏ, ਮੈਂ ਤਾਂ ਕਿਹਾ ਮੈਂ ਤੁਸੀਂ ਕਹੋ ਹਨਾ ਵੀ ਵਧੀਆ ਕੋਈ ਗੀਤ ਕਿਸਾਨੀ ਅੰਦੋਲਨ ਤੇ ਉਹ ਵੀ ਗਾਵੇ। ਗੀਤ ਨਾ ਬਾਈ ਉਹਨੇ ਉਹ ਤਾਂ ਬੜਾ ਤੱਤਾ ਲਿਖਿਆ ਸੀ, ਇੱਕ ਤਾਂ ਪੰਜਾਬ ਉਹਦਾ ਸਿੱਧਾ ਹੀ ਮੰਨ ਕੇ ਜਦ ਸਟੇਟ ਨੂੰ ਸਿੱਧਾ ਹੀ ਟਾਰਗੇਟ ਕਰਤਾ ਸੀ। ਅਸੀਂ ਆਖਿਆ ਵੀ ਆਹ ਠੀਕ ਹੈ ਜਿਹੜਾ ਪੰਜਾਬ ਆ ਇਹ ਗੀਤ, ਉਦੋਂ ਮੈਂ ਕਿਹਾ ਵੀ ਕਰ ਫਿਰ ਉਹਦੇ ਕਰਤਾ ਇਹਨੇ ਗੀਤ। ਇਹ ਗੀਤ ਉਹਦਾ ਆਇਆ ਹਨਾ, ਤਾਂ ਉਹਨੇ ਮਤਲਬ ਕਿ ਇੱਕ ਨਵੀਂ ਜਾਗਰਤੀ ਮਤਲਬ ਰੱਖ ਲਓ, ਜਾਂ ਸਾਡੇ ਇਤਿਹਾਸ ਦੀ ਗੱਲ ਰੱਖ ਲਓ, ਜਾਂ ਉਹਨੇ ਝੰਜੋੜਤਾ ਮਤਲਬ ਕਿ ਸਾਨੂੰ ਹਨਾ। ਜਿਹੜਾ ਇੱਕ ਗੀਤ ਨਾ ਬਈ ਹੁਣ ਜੇ ਮੈਂ ਕਹਣਾ ਉਹ ਗੀਤ ਰਿਲੀਜ਼ ਕਰ ਦੇਣ, ਉਹਨੇ ਗਾਣਾ ਰਿਕਾਰਡ ਕਰਤਾ, ਉਹ SOIL ਪਾਣੀਆਂ ਦੇ ਸਾਰੇ ਮੁੱਦੇ ਤੇ ਗੱਲਬਾਤ ਉਹਨੇ ਕੀਤੀ। ਇਸ ਲਈ ਹੁਣ ਜਿਹੜਾ ਨਵਾਂ ਗੀਤ, ਇਹਦੇ ਕਈ ਗੀਤ ਮਤਲਬ ਕਿ ਇਹਦੇ ਲਿਖੇ ਵੀ ਪਏ ਸੀ, ਕਈ ਗੀਤ ਰਿਕਾਰਡ ਵੀ ਹੋਏ ਆ, ਜਿਹੜੇ ਪਤਾ ਲੱਗਿਆ ਕਿ ਪੰਜਾਬ ਦੇ ਪਾਣੀਆਂ ਦੇ ਹੱਕ ਦੀ ਗੱਲ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ, ਕਿਵੇਂ ਸਟੇਟ ਸਾਨੂੰ ਕੀ ਕਰ ਰਹੀ ਹੈ, ਕਿਵੇਂ ਕੁਚਲ ਰਹੀ ਹੈ, ਕਿਵੇਂ ਮਾਰ ਰਹੀ ਹੈ, ਕਿਵੇਂ ਸਾਡਾ ਖਾਤਮਾ ਕਰ ਰਹੀ ਹੈ, ਉਹ ਸਾਰੀਆਂ ਗੱਲਾਂ ਉਹਨਾਂ ਗੀਤਾਂ ਦੇ ਵਿੱਚ ਉਹਨਾਂ ਸ਼ਬਦਾਂ 'ਚ ਦਰਜ ਸੀਗੀਆਂ। ਦੇਖੋ ਜਿਹੜਾ ਬੰਦਾ ਕੋਈ ਵੀ ਕਿਸੇ ਖੇਤਰ ਦੇ ਵਿੱਚ ਕੋਈ ਮਸ਼ਹੂਰ ਬੰਦਾ ਜਾਂ ਕਿਸੇ ਖੇਤਰ 'ਚ ਲੱਗਿਆ ਹੋਇਆ, ਜਾਂ ਜਿਹੜੇ ਵੀ ਬੰਦੇ ਨੂੰ ਲੋਕ ਸੁਣਦੇ ਨੇ, ਤਾਂ ਉਹਦੇ ਉੱਤੇ ਏਜੰਸੀਆਂ ਦੀ ਨਜ਼ਰ ਵੀ ਹੁੰਦੀ ਹੈ, ਇੰਟੈਲੀਜੈਂਸ ਦੀ ਨਜ਼ਰ ਵੀ ਹੁੰਦੀ ਆ ਕਿ ਬੰਦਾ ਕੀ ਬੋਲਦਾ। ਉਹ ਤੁਹਾਡੇ ਕੱਲੇ ਸ਼ਬਦ ਨੂੰ ਮੂੰਹੋਂ ਨਿਕਲੇ ਨੂੰ ਉਹ ਦੇਖਦੇ ਨੇ, ਸੁਣਦੇ ਨੇ ਕਿ ਇਹਦਾ ਕੀ ਬੋਲਦਾ, ਇਹਦੇ ਮਨ 'ਚ ਕੀ ਆ, ਇਹਦੇ ਦਿਮਾਗ 'ਚ ਕੀ ਆ, ਅਸਰ ਕੀ ਹੋਣਾ। ਉਹ ਸਾਰੀ ਚੀਜ਼ ਉਹ ਇਹ ਤੇ ਵੀ ਨਜ਼ਰ ਹੋਣੀ ਆ ਕਿ ਯਾਰ ਇਹ ਕੀ ਲਿਖੂਗਾ ਜਾਂ ਕੀ ਆਉਣ ਵਾਲੇ ਸਮੇਂ 'ਚ ਗਾ ਸਕਦਾ। ਤਾਂ ਹੋ ਨਹੀਂ ਸਕਦਾ, ਮੈਂ ਕਹਿੰਦਾ ਇਹ 100% ਦੀ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਇਹ ਕੋਈ, ਜਿਵੇਂ ਹੁਣ ਪੰਜਾਬ ਦੇ DGP ਨੇ ਇਹਨੂੰ ਗੈਂਗਵਾਰ ਦਾ ਨਾਂ ਲਾਤਾ ਵੀ ਗੈਂਗਵਾਰ। ਹੱਸ ਕੇ ਇੰਟਰਵਿਊ ਕਰੀ। ਹਾਂ ਤੁਸੀਂ ਦੇਖੋ, ਜਦੋਂ ਫਿਰ ਇਸ ਤਰ੍ਹਾਂ ਦੀ ਇਹਨਾਂ ਨੇ ਦੇਖੋ ਆਪਦੇ ਸਿਰ ਤੇ ਨੇ ਗੱਲ ਲੈਣੀ ਨਹੀਂ, ਉਹਨੂੰ ਕੋਈ ਜਾਂ ਤਾਂ ਐਕਸੀਡੈਂਟ ਦਾ ਰੂਪ ਦੇਣਗੇ, ਜਾਂ ਕੋਈ ਗੈਂਗਵਾਰ ਦਾ ਨਤੀਜਾ ਦਿਖਾਉਣਗੇ, ਜਾਂ ਕੋਈ ਆਪਸੀ ਰੰਜਿਸ਼ ਦਾ ਦਿਖਾਉਣਗੇ, ਜਾਣੇ ਕੋਈ ਨਾ ਕੋਈ ਇਹਨਾਂ ਨੇ ਬਹਾਨਾ ਘੜ ਕੇ ਕੋਈ ਨਾ ਕੋਈ ਰੂਪ ਦੇ ਕੇ ਆਪਦੇ ਗਲੋਂ ਗਲਾਵਾਂ ਲਾ ਕੇ ਸੁਰਖਰੂ ਹੋ ਜਾਣਾ ਹੁੰਦਾ ਤੇ ਉਸ ਆਵਾਜ਼ ਨੂੰ ਬੰਦ ਕਰ ਦੇਣਾ ਹੁੰਦਾ। ਸੋ ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਆ ਕਿ ਇਹ ਜਿਹੜੀ ਘਟਨਾ ਦੇ ਪਿੱਛੇ ਜਾਂ ਹੋਰ ਜਿੰਨੀਆਂ ਘਟਨਾਵਾਂ ਪਹਿਲਾਂ ਵਾਪਰੀਆਂ ਜਾਂ ਆਉਣ ਵਾਲੇ ਸਮੇਂ 'ਚ ਵਾਪਰਨਗੀਆਂ, ਮੇਰੀ ਗੱਲ ਯਾਦ ਰੱਖਿਓ, ਵਾਪਰਨਗੀਆਂ, ਨਾ ਕੋਈ ਹੋਰ ਦਿੱਤੇ ਜਾਣੇ ਆ, ਵਜ੍ਹਾ ਕੋਈ ਹੋਰ ਬਣਾਈ ਜਾਣੀ ਹੈ, ਪਰ ਪਿੱਛੇ ਤਾਕਤ ਕਿਹੜੀ ਕੰਮ ਕਰਦੀ ਹੈ, ਉਹ ਕਿਵੇਂ ਕੰਮ ਕਰਦੀ ਹੈ। ਕਈ ਵਾਰੀ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਕੇ ਗਿਆ ਹੁੰਦਾ, ਮੰਨ ਲਓ ਜਿਹੜੇ ਬੰਦੇ ਨੂੰ ਮਾਰ ਕੇ ਗਏ ਆ, ਹੋ ਸਕਦਾ ਉਹਨਾਂ ਨੂੰ ਵੀ ਨਾ ਪਤਾ ਹੋ ਵੀ ਅਸੀਂ ਵਰਤੇ ਜਾ ਰਹੇ ਹਾਂ ਜਾਂ ਸਾਨੂੰ ਕੋਈ ਵਰਤ ਰਿਹਾ। ਕਈ ਵਾਰੀ ਬੰਦਾ ਵਰਤਿਆ ਹੀ ਐ ਜਾਂਦਾ, ਬੰਦੇ ਨੂੰ ਵਰਤ ਲਿਆ ਜਾਂਦਾ, ਬੰਦੇ ਤੋਂ ਕੰਮ ਕਢਾ ਲਿਆ ਜਾਂਦਾ, ਪਰ ਉਹ ਬੰਦੇ ਨੂੰ ਪਤਾ ਤੱਕ ਨਹੀਂ ਹੁੰਦਾ ਕਿ ਯਾਰ ਮੈਂ ਵਰਤਿਆ ਗਿਆ ਜਾਂ ਮੈਨੂੰ ਕਿਹਨੇ ਵਰਤਿਆ ਜਾਂ ਮੇਰੇ ਪਿੱਛੇ ਕੌਣ ਆ। ਇਹੀ ਏਜੰਸੀਆਂ ਦੀ ਖੇਡ ਆ। ਦੇਖੋ ਇੱਕ ਗੱਲ ਬੜੀ ਸਾਫ਼ ਆ ਤੇ ਆਪਣੇ ਦਿਮਾਗ ਤੇ ਦਿਲ 'ਚ ਬਿਠਾ ਲਿਓ ਇਹ ਗੱਲ
ਕਿ ਜਿਹੜੇ ਏਜੰਡੇ ਦੇ ਉੱਤੇ ਇਹ ਚੱਲੇ ਹੋਏ ਨੇ ਕਿ ਪੂਰੇ ਮੁਲਕ ਨੂੰ ਇੱਕੋ ਰੰਗ ਦੇ ਵਿੱਚ ਰੰਗਣਾ, ਪੂਰੇ ਮੁਲਕ ਨੂੰ ਅਸੀਂ ਇੱਕੋ ਹੀ ਰੰਗ ਦੇਣਾ, ਇੱਕ ਧਰਮ, ਇੱਕ ਰੰਗ, ਇੱਕ ਬੋਲੀ ਦੀ ਗੱਲ ਹੋ ਰਹੀ ਆ। ਤਾਂ ਇਹ ਜਿਹੜਾ ਏਜੰਡਾ ਨਾ ਇਹਨਾਂ ਦਾ, ਇਸ ਏਜੰਡੇ ਦੇ ਵਿੱਚ ਜੇ ਕੋਈ ਅੱਗੇ ਖੜ ਸਕਦਾ, ਇਹਨਾਂ ਦਾ ਮੁਕਾਬਲਾ ਕਰ ਸਕਦਾ, ਇਹਨਾਂ ਦਾ ਮੂੰਹ ਤੋੜਵਾਂ ਜਵਾਬ ਦੇ ਸਕਦਾ, ਇਹਨਾਂ ਨੂੰ ਰੋਕ ਸਕਦਾ, ਤਾਂ ਉਹ ਪੰਜਾਬ ਆ। ਇਹ ਗੱਲ ਇਹਨਾਂ ਨੂੰ ਵੀ ਬੜੀ ਸਪਸ਼ਟ ਇਹਨਾਂ ਦੇ ਦਿਮਾਗ 'ਚ ਹੈਗੀ ਗੱਲ ਕਿ ਜੇ ਪੰਜਾਬ ਦੱਬ ਲਿਆ ਤਾਂ ਅਸੀਂ ਫਿਰ ਕਿਸੇ ਨੂੰ ਕੁਛ ਨਹੀਂ ਲਈ ਬੈਠੇ। ਹੁਣ ਇਸੇ ਕਰਕੇ ਤੁਸੀਂ ਦੇਖੋ, ਇਹ ਕਿਸੇ ਵੀ ਤਰੀਕੇ ਨਾਲ ਚਾਹੁੰਦੇ ਨੇ ਕਿ ਪੰਜਾਬ ਦੀ ਜਵਾਨੀ ਜਿਹ 'ਚ ਅਣਖ ਦਾ ਤੱਤ ਹੈ, ਗੈਰਤ ਦਾ ਮਾਦਾ ਹੈ, ਦਲੇਰੀ ਹੈ, ਜੁਰਤ ਹੈ, ਗੁਲਾਮੀ ਨਹੀਂ ਸਹਿਣ ਦੀ ਆਦਤ, ਉਹਨੂੰ ਕਿਵੇਂ ਖਤਮ ਕਰਨਾ। ਜਾਂ ਤਾਂ ਉਹਨੂੰ ਨਸ਼ੇ ਤੇ ਖਤਮ ਕਰ ਦਿਓ। ਨਸ਼ਾ ਵੀ ਮੈਂ ਬਹੁਤ ਵਾਰੀ ਬੋਲਿਆ ਕਿ ਆਮ ਵਰਤਾਰਾ ਨਹੀਂ ਹੈ, ਇਹ ਵੀ ਸਾਡੀ ਨਸਲਕੁਸ਼ੀ ਦਾ ਇੱਕ ਰੂਪ ਹੈ। ਨਸ਼ੇ ਰਾਹੀਂ ਸਾਡੀ ਜਵਾਨੀ ਨੂੰ ਤਬਾਹ ਕੀਤਾ ਜਾ ਰਿਹਾ। ਇਹ ਜਾਣ ਬੁੱਝ ਕੇ ਇੱਥੇ ਲਿਆਂਦਾ ਗਿਆ। ਇਹ ਕੋਈ ਆਮ ਨਹੀਂ ਆਇਆ ਵੀ ਇਧਰੋਂ ਆ ਗਿਆ ਉਧਰੋਂ ਆ ਗਿਆ, ਹੱਦ ਟੱਪ ਕੇ ਆ ਗਿਆ, ਦਿੱਲੀੋਂ ਆ ਗਿਆ, ਨਹੀਂ। ਇਹ ਵੀ ਇੱਕ ਸਾਜ਼ਿਸ਼ ਹੈ। ਅਗਲੀ ਗੱਲ, ਸਾਡੀ ਜ਼ਬਾਨੀ ਦੇ ਵਿੱਚ ਆਹੇ ਜਿਹੜੇ ਕਾਂਡ ਕਰਾ ਕੇ ਦਹਿਸ਼ਤ ਦਾ ਮਾਹੌਲ ਪਾਉਣਾ, ਡਰ ਦਾ ਮਾਹੌਲ ਪੈਦਾ ਕਰਨਾ ਕਿ ਇੱਥੇ ਕੋਈ ਰਹੇ ਹੀ ਨਾ। ਹੁਣ ਜਿਹੜੀ ਇਹ ਘਟਨਾ ਹੈ, ਜਦੋਂ ਪਹਿਲਾਂ ਸੰਦੀਪ ਨੰਗਲੰਬੀਆਂ ਦੀ ਘਟਨਾ ਵਾਪਰੀ, ਇਹ ਘਟਨਾਵਾਂ ਤੋਂ ਬਾਅਦ ਜਿਹੜੀ ਪੰਜਾਬ ਦੀ ਜ਼ਬਾਨੀ ਉਹ ਸੋਚਣ ਲਈ ਮਜਬੂਰ ਹੋ ਗਈ ਵੀ ਯਾਰ ਇੱਥੇ ਰਹਿਣ 'ਚ ਕੋਈ ਫਾਇਦਾ ਨਹੀਂ ਬਾਈ। ਬਹੁਤ ਸਾਰੇ ਬਾਈ ਲਿਖੀ ਵੀ ਜਾਂਦੇ ਨੇ ਇਹ ਗੱਲ, ਬੋਲੀ ਵੀ ਜਾਂਦੇ ਨੇ, ਕਈ ਗਾਇਕ ਵੀ ਬੋਲੀ ਜਾਂਦੇ ਨੇ ਇਹੀ ਗੱਲ। ਉਹਨਾਂ ਵਾਸਤੇ ਬਾਰੇ ਗੱਲ ਨਹੀਂ ਵੀ ਪੰਜਾਬ 'ਚ ਨਹੀਂ ਰਹਿਣ ਨੂੰ ਅਸੀਂ ਰਹਿਣਾ ਚਾਹੁੰਦੇ। ਪਰ ਮੈਂ ਫਿਰ ਤੁਹਾਨੂੰ ਬੇਨਤੀ ਕਰਦਾ, ਖਾਸ ਕਰਕੇ ਪੰਜਾਬ ਦੀ ਜਵਾਨੀ ਨੂੰ, ਨਿਰਾਸ਼ ਨਾ ਹੋਵੋ ਯਾਰ, ਹਤਾਸ਼ ਨਾ ਹੋਵੋ, ਟੁੱਟੋ ਨਾ। ਬਹੁਤ ਮਾੜਾ ਸਮਾਂ ਇਸ ਕੌਮ ਨੇ, ਇਸ ਪੰਜਾਬ ਨੇ ਦੇਖਿਆ। ਕਦੇ ਗਿਣਤੀ ਦੇ ਰਹਿ ਗਏ ਸੀ, ਜੰਗਲਾਂ 'ਚ ਚਲੇ ਗਏ ਸੀ, ਕਿਤਾਬਾਂ 'ਚ ਲਿਖਤੇ ਸੀਗੇ ਵੀ ਇਹ ਤਾਂ ਖਤਮ ਹੋ ਗਏ, ਇਹ ਤਾਂ ਮੁੜ ਕੇ ਉੱਠਣੇ ਨਹੀਂ। ਪਰ ਮੁੜ ਕੇ ਉੱਠ ਕੇ ਰਾਜ ਭਾਗ ਕਾਇਮ ਕੀਤਾ ਤੇ ਪੂਰੀ ਦੁਨੀਆ 'ਚ ਛਾਏ ਆ। ਅੱਜ ਕੋਨੇ-ਕੋਨੇ 'ਚ ਬੈਠੇ ਆ। ਇਹ ਕਦੇ ਵੀ ਜ਼ਿੰਦਗੀ ਦੇ ਵਿੱਚ, ਮੈਂ ਹਮੇਸ਼ਾ ਇੱਕ ਬਹਾਨੇ ਗੱਲ ਕਹਿਣਾ ਹੁੰਦਾ ਕਿ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ, ਹਮੇਸ਼ਾ ਆਸ਼ਾਵਾਦੀ। ਨਹੀਂ, ਇਹੋ ਜਿਹੀਆਂ ਘਟਨਾਵਾਂ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਕਿ ਇਹਦੇ ਪਿੱਛੇ ਸਾਜ਼ਿਸ਼ ਕੀ ਆ, ਕੌਣ ਕੰਮ ਕਰ ਰਿਹਾ, ਕਿਹਦਾ ਦਿਮਾਗ ਕੰਮ ਕਰ ਰਿਹਾ, ਇਹ ਸਮਝਣ ਦੀ ਲੋੜ ਆ। ਇੱਕ ਗੱਲ ਨਾ ਬਾਈ ਮੈਂ ਤੁਹਾਨੂੰ ਦੱਸਾਂ, ਇਹ ਨਾ ਮੈਂ ਫਿਲਮਾਂ ਟਾਈਮ ਤੋਂ ਵੀਡੀਓ ਸੀ ਗਾਣਾ ਦੀਆਂ ਬਣਾਈਆਂ, ਮੇਰਾ ਤਾਂ ਬਾਹਲੀ ਜ਼ਿਆਦਾ ਸਾਂਝ ਸੀ ਇਹਦੇ ਨਾਲ। ਜਦੋਂ ਮੈਂ ਇਹਦੇ ਨਾਲ ਹੁੰਦਾ ਨਾ, ਸਿੱਧੂ ਦੇ ਨਾਲ, ਇਹਨਾਂ ਜਿਹੜੇ ਜਿੰਨੇ ਸਾਡੇ ਪਹਿਲਾਂ ਸਿੰਘ ਸ਼ਹੀਦ ਹੋਏ ਨੇ ਜਾਂ ਜਿੰਨੀਆਂ 12 ਨੇ ਗੀਆਂ, ਉਹਨਾਂ ਨੂੰ ਬਹੁਤ ਸੁਣਦਾ ਹੈ ਪੁਰਾਣੇ, ਉਹਨਾਂ ਨੂੰ ਮੰਨ ਕੇ ਚੱਲ ਸੰਤਾਂ ਬਾਰੇ ਬਹੁਤ ਸੁਣਦਾ। ਇਸ ਕਰਕੇ ਜਿਹੜੀ ਤੁਸੀਂ ਆ ਹੁਣ ਗੱਲ ਕਰਕੇ ਹਟੀ ਆ ਵੀ ਸਟੇਟ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਕਿਹੜੀ ਬੋਲੀ ਬੋਲਦਾ। ਇਹ ਬੇਸ਼ੱਕ ਦੇ ਕਾਂਗਰਸ ਦੇ ਵਿੱਚ, ਮੈਂ ਹੁਣ ਜਦੋਂ ਇਹ ਕਾਂਗਰਸ ਦੇ ਵਿੱਚ ਗਿਆ, ਮੈਨੂੰ ਨਾਰਾਜ਼ ਬਹੁਤ ਹੋਇਆ। ਇਹਨੂੰ ਮੈਂ ਬਹੁਤ ਰੋਕਿਆ ਪਾਰਟੀ ਜਾਣ ਨੂੰ, ਮੇਰੇ ਤੋਂ ਨਾਰਾਜ਼ ਇਸ ਗੱਲ ਤੋਂ ਸੀਗਾ। ਮੈਨੂੰ ਕਹਿੰਦਾ ਤੂੰ ਇੱਧਰ ਪ੍ਰਚਾਰ ਨਹੀਂ ਕਰਨਾ ਆਉਂਦਾ। ਉਸ ਗੱਲ ਦਾ ਦੁੱਖ ਵੀ ਸੀ ਕਿ ਜਿਹੜੀ ਸਾਡੀ ਕਾਤਲ ਪਾਰਟੀ ਆ ਉਹ ਜਾਣਾ। ਮੈਨੂੰ ਇਹ ਮੇਰੇ ਤੋਂ ਨਾਰਾਜ਼ ਹੋਇਆ। ਮੇਰੇ ਤੇ ਘਰੇ ਵੀ ਆਇਆ, ਫੋਨ ਤੇ ਮੈਨੂੰ ਰੋਜ਼, ਤੂੰ ਇੱਧਰ ਨਹੀਂ ਆਉਂਦਾ। ਮੈਂ ਕਿਹਾ ਕੋਈ ਗੱਲ ਨਹੀਂ, ਤੈਨੂੰ ਆਪੀ ਪਤਾ ਲੱਗ ਜੂ ਵੀ ਤੈਨੂੰ ਕੌਣ ਵਰਤ ਰਿਹਾ, ਕੌਣ ਕੀ ਕਰ ਰਿਹਾ। ਮੈਨੂੰ ਪਤਾ ਸੀਗਾ। ਇਹਨੂੰ ਹੁਣ ਹਾਰਨ ਤੋਂ ਬਾਅਦ ਪਤਾ ਵੀ ਲੱਗ ਗਿਆ ਸੀ ਇਹ ਚੀਜ਼ ਦਾ, ਕਿਉਂਕਿ ਇਹਨਾਂ ਨੂੰ ਵੀ ਪਤਾ ਵੀ ਇਸ ਖੂਨ 'ਚ ਬਗਾਵਤ ਆ ਤੇ ਬਗਾਵਤ ਦਵਾਈ ਦਬਦੀ ਵੀ ਨਹੀਂ। ਪਰ ਹੁਣ ਅਸੀਂ ਸਮਝਦਾਰੀ ਤੋਂ ਕੰਮ ਲੈਣਾ ਯਾਰ, ਸਿਆਣਪ ਤੋਂ ਕੰਮ ਲੈਣਾ। ਜਿਹੜੇ ਵੀ ਬੰਦੇ, ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਨੌਜਵਾਨ ਅੱਜ 18-20 ਸਾਲ ਦਾ ਨਵਾਂ ਮੁੰਡਾ ਉੱਠਦਾ ਹੈ, ਚੰਗਾ ਹੱਥ 'ਚ ਹਥਿਆਰ ਆ ਜਾਂਦਾ ਹੈ ਤੇ ਕਿਸੇ ਦੇ ਕਹਾਏ ਲਾ ਕੇ ਕਿਸੇ ਨੂੰ ਚੱਕ ਕੇ ਮਾਰ ਦਿੰਦਾ ਹੈ। ਉਹ ਦੇਖੋ, ਇਹ ਤਾਂ ਇਹਦਾ ਕਿਸੇ ਵੀ ਕੀਮਤ ਤੇ ਮੁੜਨਾ ਨਹੀਂ, ਇਹ ਤਾਂ ਵਾਪਸ ਨਹੀਂ ਆਉਣਾ ਬੰਦਾ। ਉਹ ਬੰਦਾ ਕਿੱਥੋਂ ਉੱਠਿਆ, ਛੋਟੇ ਜਿਹੇ ਪਿੰਡ, ਛੋਟਾ ਜਿਹਾ ਜ਼ਿਲ੍ਹਾ, ਉਹ ਜ਼ਿਲ੍ਹਾ ਜਿਹਨੂੰ ਟਿੱਬਿਆਂ ਦਾ, ਰੇਤਿਆਂ ਦਾ ਜ਼ਿਲ੍ਹਾ ਕਿਹਾ ਜਾਂਦਾ ਸੀ, ਰੇਤੇ ਵਾਲਾ ਏਰੀਆ, ਪਿਛੜਿਆ ਹੋਇਆ ਏਰੀਆ। ਉੱਥੋਂ ਉੱਠ ਕੇ ਬੰਦੇ ਨੇ ਇੱਕ ਵੱਖਰਾ ਮਾਹੌਲ, ਇੱਕ ਵੱਖਰਾ ਵਰਤਾਂਤ, ਗਾਇਕੀ 'ਚ ਵੀ ਸਿਰ ਦਿੱਤਾ ਸੀ। ਪੱਗ ਦੀ ਬਾਈ ਤੂੰ ਇਹ ਦੇਖ ਲਾ ਵੀ ਪੱਗ ਦੀ ਦੁਨੀਆ 'ਚ ਦੱਸਤੀ, ਗੋਰੇ ਕਾਲਿਆਂ ਨੂੰ ਦੱਸਤਾ ਪੱਗ ਜਦੋਂ ਬੰਨ ਕੇ। ਅੱਜ ਗੋਰਾ ਵੀ ਰੋਂਦਾ, ਅੱਜ ਕਾਲੇ ਵੀ ਰੋ ਰਹੇ ਨੇ। ਉਹ ਉਹਨਾਂ ਨੂੰ ਦੱਸਤਾ ਵੀ ਪੱਗ ਦੇ ਵਿੱਚ ਵੀ ਆਹ ਸਾਡੀ ਪੱਗ ਨਿਸ਼ਾਨੀ ਕੀ ਹੈ। ਸੋ ਹੁਣ ਇਸ ਗੱਲ ਉੱਤੇ ਸਾਨੂੰ ਬਹੁਤ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ। ਦਿਮਾਗ ਨਾਲ, ਬੁੱਧੀ ਨਾਲ ਸੋਚਿਆ ਕਰੋ ਯਾਰ ਕਿ ਕਿਵੇਂ ਸਾਡੇ ਸ਼ਿਕਾਰ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਤੇ ਕਰਨਗੇ ਆਉਣ ਵਾਲੇ ਸਮੇਂ 'ਚ। ਯਾਦ ਰੱਖਿਓ ਇਹ ਗੱਲ। ਹੁਣ ਇਸ ਚੀਜ਼ ਨਾਲ ਪੂਰਾ ਡਰ ਪੈਦਾ ਹੋ ਗਿਆ। ਪਹਿਲਾਂ ਕਲਾਕਾਰਾਂ ਨੂੰ ਧਮਕੀਆਂ ਆਈਆਂ, ਗਿੱਪੀ ਗਰੇਵਾਲ ਨੂੰ ਵੀ ਧਮਕੀਆਂ ਆਈਆਂ, ਹੋਰ ਕਲਾਕਾਰਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ। ਪਰ ਜਿਹੜੇ ਧਮਕੀਆਂ ਦੇਣ ਵਾਲੇ ਨੇ
ਧਮਕੀਆਂ ਦੇਣ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਸਾਨੂੰ ਸਾਥੋਂ ਦਬਾ ਕੌਣ ਰਿਹਾ ਜਾਂ ਇਹ ਮਾਹੌਲ ਕੌਣ ਪੈਦਾ ਕਰ ਰਿਹਾ। ਹੁਣ ਇਸ ਕਰਕੇ ਤੁਹਾਨੂੰ ਬਾਈ ਇਹੀ ਅਖੀਰ ਦੇ ਉੱਤੇ ਕਹਿਣਾ ਚਾਹੁੰਦੇ ਆ ਕਿ ਸਾਨੂੰ ਸਮਝਣ ਦੀ ਲੋੜ ਆ ਇਸ ਵਰਤਾਰੇ ਨੂੰ ਕਿ ਅਸੀਂ ਇੱਕ ਦੂਜੇ ਦੀ ਜਾਨ ਦੇ ਪਿਆਸੇ ਨਾ ਬਣੀਏ, ਅਸੀਂ ਇੱਕ ਦੂਜੇ ਦੇ ਖੂਨ ਨਾ ਡੋਲੀਏ ਅਸੀਂ ਇੱਕ ਦੂਜੇ ਦਾ। ਕਿਉਂਕਿ ਉਹ ਇੱਕ ਨੌਜਵਾਨ ਨੇ ਬਹੁਤ ਸੋਹਣਾ ਬੋਲਿਆ, ਕਹਿੰਦਾ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਹਟਣਾ ਤਾਂ ਹੈ ਨਹੀਂ, ਪਰ ਇੱਕ ਪੁੰਨ ਦਾ ਕੰਮ ਕਰ ਦਿਓ ਕਿ ਤੁਸੀਂ ਜਿੱਥੇ ਕਿਸੇ ਨੌਜਵਾਨ ਨੂੰ ਮਾਰਦੇ ਹੋ ਉਹਦੇ ਮਾਂ ਪਿਓ ਨੂੰ ਵੀ ਮਾਰ ਦਿਆ ਕਰੋ, ਕਿਉਂਕਿ ਉਹਦਾ ਮਰਨ ਵਾਲਾ ਚਲਾ ਜਾਂਦਾ ਬਈ, ਖਤਮ ਹੋ ਜਾਂਦੀ ਕਹਾਣੀ। ਪਰ ਉਹ ਰੋਜ਼ ਤਿਲ ਤਿਲ ਕਰਕੇ ਮਰਦੇ ਆ, ਰੋਜ਼ ਝੂਰ ਝੂਰ ਕੇ ਮਰਦੇ ਆ, ਹਰ ਇੱਕ ਯਾਦ ਨੂੰ ਚੇਤੇ ਕਰ ਕਰਕੇ ਮਰਦੇ ਆ। ਦਰਵਾਜ਼ਾ ਹਵਾ ਨਾਲ ਖੜਕਦਾ ਤੇ ਮਾਂ ਪਿਓ ਨੂੰ ਭੁਲੇਖਾ ਪੈਂਦਾ ਵੀ ਮੇਰਾ ਪੁੱਤ ਆਊਗਾ। ਇਸ ਕਰਕੇ ਤੁਹਾਨੂੰ ਇਹੀ ਅਪੀਲ ਆ ਕਿ ਜੇ ਤੁਹਾਨੂੰ ਇਹ ਲੱਗਦਾ ਬਹੁਤ ਵੱਡਾ ਭੁਲੇਖਾ ਹੁੰਦਾ ਬੰਦੇ ਦੇ ਮਨ 'ਚ ਕਿ ਯਾਰ ਮੈਂ ਉਹਨੂੰ ਮਾਰਤਾ, ਮੈਂ ਉਹਨੂੰ ਮਾਰਤਾ, ਮੈਂ ਉਹਦੇ ਮੁਕਾਮ ਤੇ ਆ ਜੂ, ਮੈਂ ਉਸ ਮੁਕਾਮ ਤੇ ਆ ਜੂ, ਮੇਰਾ ਉਧਰ ਨਾ ਬਣ ਜੂ, ਮੇਰਾ ਇੱਧਰ, ਕਿੰਨੇ ਆਏ ਬਾਈ। ਇੱਕ ਗੱਲ ਮੈਨੂੰ ਵਿਚਾਲੇ ਦੱਸੋ, ਜਿਹੜੀ ਤੁਹਾਡੀ ਮੈਂ ਪੁੱਛਣਾ ਸੀ, ਸਾਲਟ ਵਾਲੀ ਗੱਲ ਕਰ ਰਹੇ ਸੀ ਵੀ ਇਹ ਬਣਦਾ ਤਾਂ ਕਿਸੇ ਮੰਨ ਕੇ ਚੱਲ ਐਂ ਤਾਂ ਹੈ ਨਹੀਂਗਾ ਵੀ ਐਂ ਕੋਈ ਥੌੜੀ ਨਹੀਂ ਬਣ ਜਾਂਦਾ ਹੋਊਗਾ। ਇਹ ਕੋਈ ਤਾਂ ਸੰਦ ਜਿਹੜੀ ਤਾਂ ਇਹਨੂੰ ਲੋੜ ਹੁੰਦੀ ਹੋਊਗੀ। ਜਿਵੇਂ ਮੰਨ ਕੇ ਚੱਲ ਇੱਕ ਮੈਗਜ਼ੀਨ ਜਿਹੜਾ ਬਣਦਾ ਆਪਣਾ, ਉਹ ਕਾਰਤੂਸ ਬਣਦਾ, ਜਿਹੜਾ ਉਹ ਕਾਰਤੂਸ ਜਿਹੜਾ ਬਣਦਾ ਉਹ ਐਂ ਤਾਂ ਨਹੀਂ ਹੈਗਾ ਵੀ ਹਰ ਇੱਕ ਥਾਂ ਤੇ ਬਣ ਜਾਂਦਾ ਹੋਊਗਾ। ਉਹ ਬਣਾਉਣ ਲਈ ਬਹੁਤ ਸਮੱਗਰੀ ਚਾਹੀਦੀ ਹੁੰਦੀ। ਤੁਸੀਂ ਇਹ ਦੇਖੋ, ਉਹਦੇ ਜਦੋਂ ਹੁਣ ਜਿਹੜਾ ਇੰਡੀਅਨ ਬਣਦੇ ਨੇ, ਜਿਹੜੇ ਉੱਥੋਂ ਬਣਦੇ ਨੇ, ਫੈਕਟਰੀਆਂ 'ਚ ਬਣਦੇ ਨੇ, ਉਹਨਾਂ ਉੱਪਰ ਬਕਾਇਦਾ ਨੰਬਰ ਲੱਗੇ ਹੁੰਦੇ ਨੇ ਵੀ ਕਿੱਥੋਂ ਆਇਆ ਜਾ ਪੜਤਾਲ ਕਰਨੀ ਹੋਵੇ, ਜਿਹੜੀ ਤੁਸੀਂ ਗੱਲ ਕੀਤੀ ਸੀ ਨਾ। ਇਹ 94 ਸਾਲ ਦੇ ਕੌਣ ਰਿਹਾ ਪਿੱਛੇ? ਰਸ਼ੀਆ ਦੀ ਹੈ ਦਰਅਸਲ। ਹਾਂ, ਇਹਦੇ ਬਾਰੇ ਮੈਂ ਪੜ੍ਹ ਰਿਹਾ ਸੀ, ਬਹੁਤੀ ਕਾਮਯਾਬ ਨਹੀਂ ਹੋਈ, ਇਹ ਜ਼ਿਆਦਾ ਨਹੀਂ ਚੱਲੀ। ਪਰ ਇਹ ਜਿਹੜੀ AK-47 ਆਪਾਂ ਗੱਲ ਕਰਦੇ ਨੇ, ਉਹਦੇ ਨਾਲ ਵੀ ਕਿਤੇ ਜ਼ਿਆਦਾ ਮਾਰ ਤੇ ਜਿਹੜਾ ਸਪੀਡ ਨਾਲ ਬਰਸਟ ਇਹਦੇ ਉਹ ਜ਼ਿਆਦਾ ਹੈ, ਉਹਦੇ ਨਾਲ ਵੀ ਜ਼ਿਆਦਾ ਖਤਰਨਾਕ ਹੈ। ਵੀ ਇਹਦਾ ਆਉਣਾ ਤੇ ਤੁਸੀਂ ਦੇਖੋ, ਆਉਣ ਤੋਂ ਬਾਅਦ ਉਹ ਬੰਦਿਆਂ ਨੇ ਟ੍ਰੇਨਿੰਗ ਵੀ ਤਾਂ ਲਈ ਹੋਈ ਆ। ਹੁਣ ਕਿਸੇ ਅਸਾਲਟ ਨੂੰ ਚਲਾਉਣ ਲਈ ਇਹ ਤਾਂ ਹੈ ਨਹੀਂ ਵੀ ਅਣਜਾਣ ਬੰਦਾ ਚੱਕ ਕੇ ਕੋਈ ਆ ਕੇ ਫਾਇਰ ਕਰਨ ਲੱਗ ਗਿਆ, ਹਨਾ। ਹੁਣ ਉਹ ਅਸਾਲਟ ਉਹਨਾਂ ਬੰਦਿਆਂ ਕੋਲੇ ਆਉਣੀ ਤੇ ਉਹਨਾਂ ਦਾ ਇੱਕੋ ਹੀ ਮਨ 'ਚ ਸੀਗਾ, ਖਬਰਾਂ ਕਿੰਨੇ ਚਿਰ ਦੇ ਮਗਰ ਹੋਣੇ ਆ, ਜਿੱਦੇ ਮੌਕਾ ਮਿਲਿਆ ਉਹਨਾਂ ਨੇ ਕੰਮ ਕਰਤਾ। ਉਹ ਅਸਾਲਟ ਉਹਨਾਂ ਨੇ ਚਲਾ ਕੇ ਵੀ ਤਾਂ ਦੇਖੀ ਹੋਊ, ਕਿਤੇ ਟ੍ਰੇਨਿੰਗ ਵੀ ਤਾਂ ਲਈ ਹੋਊ। ਇੱਕ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਸੀਗੀ ਵੀ ਜੋ ਮਰਜ਼ੀ ਹੋ ਜੇ, ਮਾਰਨੇ ਮਾਰਨਾ। ਤੇ ਇਹ ਜਿਹੜੀ ਇੱਥੋਂ ਦੀ ਆਪਾਂ ਕਹਿ ਦਿੰਦੇ ਆ ਕਿ ਯਾਰ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਤੁਹਾਡੇ ਘਰੇ ਬੈਠੇ ਪਤਾ ਲੱਗ ਜਾਂਦਾ ਉਹਨਾਂ ਨੂੰ। ਇੱਕ ਪਾਸੇ ਜੇ ਆਪਾਂ ਦੂਜੇ ਪਾਸੇ ਗੱਲ ਕਰਨੀ ਹੋਵੇ, ਜਿੱਥੋਂ ਕਦੇ ਕੋਈ ਸਿੱਖ ਨੌਜਵਾਨ ਫੜਨਾ, ਫੜ ਕੇ ਤੁਣ ਦਿੰਦੇ ਅੰਦਰ ਲਾ ਕੇ UAPA ਵੀ ਇਹਦੇ ਕੋਲ ਆਹ ਸਮੱਗਰੀ ਫੜੀ ਗਈ, ਇਹਦੇ ਕੋਲ ਆਹ ਫੜਿਆ ਗਿਆ, ਇਹ ਆਹ ਕੰਮ ਕਰਦਾ ਸੀ, ਇਹਦੇ ਪਾਕਿਸਤਾਨ ਨਾਲ ਸੰਬੰਧ ਹੈ, ਇਹਦੇ ਚੀਨ ਨਾਲ ਸੰਬੰਧ ਹੈ, ਇਹਦੇ ਫਲਾਣੇ ਨਾਲ ਸੰਬੰਧ ਹੈ, ਧਮਕੀ ਨਾਲ ਸੰਬੰਧ ਹੈ, ਮਿੰਟੋ ਮਿੰਟੀ ਫੜ ਕੇ ਅੰਦਰ ਕਰ ਦਿੰਦੇ ਆ। ਇੱਕ ਬੰਦੇ ਅਸਾਲਟਾਂ ਲੈ ਕੇ ਘੁੰਮ ਰਹੇ ਨੇ, ਜਦੋਂ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ 6 ਜੂਨ ਮੁਰੇ ਆ ਰਹੀ ਹੈ, ਘੱਲੂਘਾਰਾ ਦਿਵਸ ਆ ਰਿਹਾ, ਤੇ ਪੂਰੀ ਸਖਤਾਈ ਆਪਦੇ ਤੌਰ ਤੇ ਸਰਕਾਰ ਵੱਲੋਂ ਸੈਂਟਰ ਦੀਆਂ 10-12 ਜਿਹੜੀਆਂ ਕੰਪਨੀਆਂ ਉੱਥੇ ਲਿਆ ਕੇ ਪੂਰੀ ਸਖਤਾਈ ਕੀਤੀ। ਉਹਨਾਂ ਦਿਨਾਂ ਦੇ ਵਿੱਚ ਉਹ ਬੰਦੇ ਘੁੰਮ ਰਹੇ ਨੇ, ਤਾਂ ਤੂੰ ਦੇਖ ਵੀ ਇਹਦੇ ਪਿੱਛੇ ਫਿਰ ਆਪਾਂ ਕਿਵੇਂ ਨਾ ਸਮਝੀਏ ਕਿ ਕੋਈ ਸਾਜ਼ਿਸ਼ ਨਹੀਂ ਹੈਗੀ ਯਾਰ, ਜਾਂ ਕੋਈ ਤਾਕਤ ਨਹੀਂ ਹੈਗੀ ਵੀ ਇਹ ਬਾਹਰੋਂ ਆਉਂਦੇ ਨੇ, ਇਹ ਜਿਹੜਾ ਜਾਂ ਇੱਥੋਂ ਇੰਡੀਆ ਦੀ ਬਣਾ ਕੇ ਇਹਨਾਂ ਨੂੰ ਦਿੰਦੇ ਨੇ। ਹੈ ਤਾਂ ਇਹ ਰਸ਼ੀਅਨ ਹੈ, ਇਹ ਰਸ਼ੀਆ ਦੀ ਹੈ ਜਿਹੜੀ ਸਾਲਟ, ਜਿਹੜੀ ਉੱਥੇ ਗੱਲ ਹੋ ਰਹੀ ਆ ਕਿ ਜਿਹੜੀ ਉੱਥੇ ਚੱਲੀ। ਤੂੰ ਦੇਖ, ਪੁਲਿਸ ਨੇ ਉਹ ਵੀ ਦੱਬਤੀ ਗੱਲ। ਪੁਲਿਸ ਦੇ ਕਿਸੇ ਬਿਆਨ 'ਚ ਆਇਆ, DGP ਦੇ ਬਿਆਨ 'ਚ, SSP ਦੇ ਬਿਆਨ 'ਚ ਆਇਆ ਵੀ ਉਹਦਾ ਸਾਲਟ ਚੱਲੀ ਆ। ਉਹ ਕਹਿੰਦੇ 3 ਤਰ੍ਹਾਂ ਦੇ ਵੈਪਨ ਚੱਲੇ ਆ, 3 ਤਰ੍ਹਾਂ ਦੇ ਜਿਹੜੇ ਅਸਲੇ ਚੱਲੇ ਆ। ਪਰ ਇਹ ਹਲੇ, ਪਰ ਉੱਥੇ ਹੁਣ ਕੱਲ ਤੂੰ ਨਾਲ ਸੀ ਤਾਂ ਆਪਾਂ ਗਏ ਸੀ, ਤੂੰ ਨਹੀਂ ਨਾਲ ਮਿਲਦਾ, ਅਸੀਂ ਜਾ ਕੇ ਆਏ ਉੱਥੇ ਜਿੱਥੇ ਤੂੰ ਘਰੇ ਸੀਗਾ, ਜਿੱਥੇ ਇਹ ਹਾਦਸਾ ਵਾਪਰਿਆ ਨਾ, ਅਸੀਂ ਉੱਥੇ ਜਾ ਕੇ ਆਏ। ਇੱਥੇ ਕੰਧਾਂ 'ਚ ਗੋਲੀਆਂ ਵੱਜੀਆਂ, ਮੈਂ ਉਹ ਕੰਧਾਂ ਦੇ ਵਿੱਚ ਐਡੇ ਮਤਲਬ ਕਿ ਮੋਰੇ ਕੱਢੇ ਪਏ ਆ, ਇੰਨਾ ਵਿੱਚ ਉਹ ਹੋਇਆ ਵਾ। ਹੁਣ ਜੇ ਪਿਸਟਲ ਦੀ ਆਪਾਂ ਗੱਲ ਕਰਾਂਗੇ, ਕੰਧ 'ਚ ਵੀ ਵੱਜੂਗਾ ਤਾਂ ਬਹੁਤ ਛੋਟਾ, ਇੰਨਾ ਵੱਧ ਤੋਂ ਵੱਧ ਇੰਨੀ ਕੁ ਬਣਦਾ ਕਿਸੇ ਹਿੱਟ ਨੂੰ। ਉਹ ਉੱਥੇ ਵਰਕ ਮੈਨੂੰ ਮੁੰਡੇ ਨੇ ਦੱਸਿਆ ਜਿਹੜਾ ਸੀਗਾ ਮੌਜੂਦ, ਉਹ ਕਹਿੰਦਾ ਬਾਈ ਮੈਂ ਆਪਣੀ ਅੱਖੀਂ ਦੇਖਿਆ ਐਡੇ ਖੋਲ ਪੁਲਿਸ ਚੱਕ ਕੇ ਲਗਈ ਆ। ਖੋਲ ਵੀ ਉਹ ਕਹਿੰਦਾ ਜਿਵੇਂ AK-47 ਦੇ ਹੁੰਦੇ ਇਸ ਤਰ੍ਹਾਂ ਦੇ ਖੋਲ ਸੀ। ਤਾਂ ਉਹ ਜਿਹੜੀ ਗੱਲਬਾਤ ਆ, ਉਹਨੂੰ ਕਿਉਂ ਦੱਬ ਰਹੀ ਆ ਪੁਲਿਸ, ਜਾਂ ਕਹਾਣੀ ਕੀ ਆ, ਕੀ ਕਾਰਨ ਹੈ? ਪਰ
ਚੱਕ ਕੇ ਡੀਜੀਪੀ ਨੇ ਇੱਕ ਬੜਾ ਗੈਰ ਜ਼ਿੰਮੇਵਾਰ ਨਾਂ ਦਾ ਮਤਲਬ ਕਿ ਬਿਆਨ ਸੀਗਾ ਕਿ ਇਹ ਜੀ ਗੈਂਗਵਾਰ ਦਾ ਨਤੀਜਾ ਜੀ ਇਹ ਫਲਾਨਾ, ਉਹ ਪਤਾ ਨਹੀਂ ਕੋਈ ਉਹਦਾ ਕੋਈ ਮੈਨੇਜਰ ਦੀ ਗੱਲ ਕਰ ਰਹੇ ਆ ਜੀ, ਉਹਦੇ ਨਾਲ ਹੋਰ ਹੀ ਪਾਸੇ ਜਾਣੇ ਕਹਾਣੀ ਨੂੰ ਘਮਾਇਆ ਜਾ ਰਿਹਾ ਹੈ, ਜੋੜਿਆ ਜਾ ਰਿਹਾ। ਪਰ ਇਹ ਬਾਈ ਸਮਝ ਲਓ ਪੰਜਾਬ ਦੇ ਲੋਕੋ, ਸਾਡਾ ਅਸੀਂ ਲੱਗੇ ਹੋਏ ਆ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ, ਉਹ ਮਾੜਾ ਹੋਏ, ਉਹ ਚੰਗਾ ਹੋਏ, ਉਹ ਐਂ ਕਰਦਾ, ਅਸੀਂ ਇਸ ਕੰਮ ਤੇ ਲੱਗੇ ਹੋਏ ਆ। ਆਪਣੇ ਤੋਂ ਆਪਣੀ ਮਰਵਾ ਰਹੇ ਨੇ। ਅਗਲਾ ਸਾਡੇ ਸਰਕਾਰ ਵੀ ਖੇਡ ਰਿਹਾ ਹੈ, ਆਪਣਿਆਂ ਤੋਂ ਆਪਣੇ ਵੀ ਮਰਵਾ ਰਿਹਾ ਹੈ, ਦੂਰ ਬੈਠਾ ਤਮਾਸ਼ਾ ਵੀ ਦੇਖ ਰਿਹਾ, ਖੁਸ਼ ਵੀ ਹੋ ਰਿਹਾ ਵੀ ਇਹ ਤਾਂ ਬਸ ਆਪਸ ਵਿੱਚ ਲੜ ਕੇ ਮਰ ਜਾਣਗੇ, ਸਾਨੂੰ ਤਾਂ ਲੋੜ ਹੀ ਨਹੀਂ ਪੈਣੀ। ਹੁਣ ਇਸ ਮਸਲੇ ਦੇ ਉੱਤੇ ਕੋਈ ਕੁਛ ਲਿਖੀ ਜਾਂਦਾ, ਕੋਈ ਕੁਛ ਲਿਖੀ ਜਾਂਦਾ। ਪਹਿਲੀ ਗੱਲ ਤਾਂ ਅਸੀਂ ਹਰ ਬੰਦਾ ਪਤਾ ਨਹੀਂ ਅੱਜ ਕੱਲ੍ਹ ਵਿਦਵਾਨ ਹੈ, ਸਿਆਣਾ ਹੈ। ਅਸੀਂ ਨਹੀਂ ਕਹਿੰਦੇ ਅਸੀਂ ਸਿਆਣੇ ਆ, ਦੁਨੀਆ ਪਰੇ ਤੋਂ ਪਰੇ ਪਈ ਆ ਬਾਈ। 5 ਮਿੰਟ ਲਾਉਣੇ ਆ ਕਿਸੇ ਗੱਲ ਦੀ ਘੋਖ ਪੜਤਾਲ ਕੀਤੇ ਤੋਂ ਆਪਦੇ ਬੰਦਿਆਂ ਦੇ ਖਿਲਾਫ, ਜਿੰਨਾ ਅਸੀਂ ਉਹਨਾਂ ਕਿਸੇ ਵਿਰੋਧੀ ਦੇ ਖਿਲਾਫ, ਕਿਸੇ ਦੁਸ਼ਮਣ ਦੇ ਖਿਲਾਫ ਨਹੀਂ ਲਿਖਦੇ ਜਾਂ ਬੋਲਦੇ, ਜਾਂ ਉਹਦੀਆਂ ਗੱਲਾਂ ਦੇ ਕਿੰਤੂ ਪ੍ਰੰਤੂ ਕਰਦੇ, ਉਹਨਾਂ ਦਾ ਖੰਡਨ ਕਰਦੇ, ਨਿਖੇਧੀ ਕਰਦੇ, ਜਿੰਨਾ ਅਸੀਂ ਆਪਣੇ ਬੰਦਿਆਂ ਦੇ ਖਿਲਾਫ। ਪਤਾ ਨਹੀਂ ਕੀ ਜੈਲਸੀ ਆ, ਕੀ ਨਫ਼ਰਤ ਆ, ਢੋਂਗ ਅਸੀਂ ਬਹੁਤ ਵੱਡਾ ਕਰਦੇ ਹਾਂ ਉੱਤੋਂ ਵੀ ਅਸੀਂ ਪੰਜਾਬ ਪ੍ਰਸਤਾਂ, ਸਾਡੇ ਚ ਦਰਦ ਆ ਕੌਮ ਦਾ। ਪਰ ਪਤਾ ਨਹੀਂ ਹਰ ਬੰਦੇ ਨੂੰ, ਮੈਂ ਕਹਿੰਦਾ ਯਾਰ ਆਪੋ ਆਪਣਾ ਭੰਨੇ, ਆਪੋ ਆਪਣਾ ਖੇਤਰ ਆ ਬੰਦਿਆਂ ਦਾ, ਆਪੋ ਆਪਣਾ ਕੰਮ ਕਰਨ ਦਾ ਤਰੀਕਾ ਬੰਦਿਆਂ ਦਾ। ਬਾਈ ਜਿਹੜੀ ਤੂੰ ਗੱਲ ਕਰੀ ਆ ਨਾ ਵੀ ਲੱਤਾਂ ਖਿੱਚਣ ਵਾਲੀ, ਮੈਂ ਨਾ 3-4 ਦਿਨ ਹੋ ਗਏ ਦੇਖੀ ਇਹਨੂੰ। ਸਭ ਤੋਂ ਵੱਡੀ ਗੱਲ ਉੱਥੇ ਰਾਜਨੀਤੀ ਮੈਂ ਨਹੀਂ ਦੇਖੀ, ਹੁੰਦੀ ਆਮਦੇ ਮੈਂ ਅੱਖੀਂ ਦੇਖੀ। ਇੰਨੀ ਰਾਜਨੀਤੀ ਵੀ ਵੋਟਾਂ ਦੇ ਮਾਰੇ ਕੁਛ ਬੰਦੇ ਵੀ ਯਾਰ ਬੰਦੇ ਦਾ ਘਰ ਉੱਜੜ ਗਿਆ, ਸਾਰਾ ਕੁਝ ਤਬਾਹ ਹੋ ਗਿਆ, ਮਾਂ ਪਿਓ ਵੀ ਆਪਾਂ ਇੱਥੇ ਵੀ ਰਾਜਨੀਤੀ ਕਰ ਰਹੇ ਹਾਂ, ਉੱਥੇ ਵੀ ਰਾਜਨੀਤੀ ਕਰੀ ਜਾਣ ਬੰਦੇ ਵੋਟਾਂ ਦੇ ਮਾਰੇ। ਮੈਂ ਦੇਖੀ ਆ ਵੀ ਯਾਰ ਕੋਈ ਗੱਲ ਨਹੀਂ ਯਾਰ, ਮੂਹਰੇ ਹੋ ਮੰਨ ਕੇ ਚੱਲ ਹਨਾ ਵੀ ਯਾਰ ਪਰਿਵਾਰ ਨੂੰ ਮੂਹਰੇ ਹੋ ਲੈਣ ਦੇ, ਉਹਨਾਂ ਨੂੰ ਬੈਠ ਲੈਣ, ਤੁਸੀਂ ਪਿੱਛੇ ਹੋ ਕੇ ਬਹਿ ਜਾਓ। ਦੇਖ ਪਾਨੇ ਸਿਆਸਤਦਾਨ ਲਈ ਤਾਂ ਇਹ ਬਹੁਤ ਵੱਡਾ ਮੌਕਾ ਹੁੰਦਾ ਜਦੋਂ ਇਹੋ ਜਿਹਾ ਹਾਦਸਾ ਵਾਪਰਦਾ। ਦੂਜੀ ਗੱਲ ਸਾਲਾ ਚੈਨਲ ਵਾਲੇ ਬਹੁਤ ਹੈਰਾਨ ਕਰਦੇ। ਹਾਂ ਤੂੰ ਦੇਖੋ ਉਹ ਵਿਚਾਰੀ, ਉਹ ਜਿਹੜੀ ਕੁੜੀ ਉਹਦੇ ਨਾਲ ਮੰਗੀ ਸੀ, ਉਹਦੇ ਘਰੇ ਵਗ ਗਏ ਯਾਰ। ਹਾਂ ਸਿਰਫ ਉਹਨਾਂ ਨੂੰ ਉੱਥੇ ਵਿਊ ਦਾ ਚੱਕਰ ਹੁੰਦਾ ਕਿ ਸਾਡੇ ਇੰਨੇ ਵਿਊ ਹੋ ਗਏ, ਸਾਡੇ ਇੰਨੇ ਚੈਨਲ ਤੇ ਬੰਦੇ ਦੇਖ ਰਹੇ ਨੇ। ਮਤਲਬ ਕਿ ਇਸ ਤਰ੍ਹਾਂ ਦੀਆਂ ਖਬਰਾਂ, ਊੜ ਜਰੂਲ ਗੱਲਾਂ ਜਿਹੜਾਂ ਦਾ ਕੋਈ ਤੁਕ ਹੀ ਨਹੀਂ। ਠੀਕ ਆ ਤੁਸੀਂ ਆਏ ਹੋ ਯਾਰ, ਤੁਸੀਂ ਜਿਹੜੀ ਗੱਲਬਾਤ ਆ ਕੋਈ ਉੱਥੇ ਤੁਕ ਬਣਦੀ ਹੈ ਜਿਹਦਾ ਕੋਈ ਸੰਬੰਧ ਆ ਉਸ ਨਾਲ, ਉਹ ਗੱਲਾਂ ਦਿਖਾ ਦਿਓ। ਬਿਨਾਂ ਗੱਲ ਤੋਂ ਇੱਧਰ ਉੱਧਰ ਦੀਆਂ ਗੱਲਾਂ। ਹੁਣ ਤੁਸੀਂ ਦੇਖੋ ਉਹ ਵਿਚਾਰੀ ਕੁੜੀ ਜਿਹੜੀ ਉਹਨੂੰ ਮੰਗੀ ਵੀ ਸੀਗੀ, ਉਹਨੇ ਕੱਲ ਨੂੰ ਵਿਆਹ ਵੀ ਕਿਤੇ ਕਰਾਉਣਾ।